ਤੁਸੀਂ ਸਿਸਟਮ ਦੇ ਵਿੱਚ ਰਹੇ ਹੋ, ਕਮੀ ਕਿੱਥੇ ਨਜ਼ਰ ਆਉਂਦੀ, ਸਭ ਤੋਂ ਵੱਡਾ ਕਾਰਨ ਕੀ ਲੱਗ ਰਿਹਾ ਹੈ? ਇਹ ਸਾਡੀ ਹੁਣ ਇਸ ਵੇਲੇ ਕੀ ਪ੍ਰੋਬਲਮ ਹੈ ਕਿ ਜਿਨ੍ਹਾਂ ਨੇ ਸਿਸਟਮ ਨੂੰ ਚਲਾਉਣਾ ਨਹੀਂ, ਸਿਰਫ ਸਿਸਟਮ ਨੂੰ ਅਲਾਓ ਕਰਨਾ ਕਿ ਚੱਲੋ, ਸਿਸਟਮ ਚੱਲੇ, ਉਹ ਸਿਸਟਮ ਨੂੰ ਚੱਲਣ ਨਹੀਂ ਦਿੰਦੇ। ਦੇਖੋ ਬਦਲਾਅ ਆ ਗਿਆ, ਲੋਕਾਂ ਨੇ ਬਦਲਾਅ ਲਿਆਂਦਾ ਕਿਉਂਕਿ ਰਵਾਇਤੀ ਪਾਰਟੀਆਂ ਨਹੀਂ ਠੀਕ ਸੀਗੀਆਂ, ਉਹ ਵੀ ਚੰਗਾ ਹੋਇਆ। ਮੈਂ ਤਾਂ ਕਹਿੰਦਾ ਵੀ ਜਿਨ੍ਹਾਂ ਦੇ ਧੌਣਾ 'ਚ ਕਿੱਲੇ ਉੱਗੇ ਹੋਏ ਸੀ ਉਹ ਕੱਢਦੇ ਲੋਕਾਂ ਨੇ। ਇੱਕ ਤਾਂ ਪ੍ਰੋਬਲਮ ਇਹਨਾਂ ਦੀ ਹੈਗੀ, ਮੈਂ ਇਨੀਸ਼ੀਅਲੀ ਦੱਸਣਾ ਚਾਹੁੰਦਾ ਕਿ ਦੇ ਡੋਂਟ ਹੈਵ ਐਨੀ ਐਕਸਪੀਰੀਅੰਸ। ਜਿੰਨੀ ਦੇ ਦੇਖੋ, ਜੇ ਮੈਂ ਇੱਥੇ ਤੋਂ ਕੰਮ ਲੈਣਾ, ਜੇ ਮੈਨੂੰ ਖੁਦ ਨੂੰ ਕੰਮ ਨਹੀਂ ਆਉਂਦਾ ਤਾਂ ਫਿਰ ਮੈਂ ਕੰਮ ਕਿੱਦਾਂ ਲੈ ਸਕਦਾ? ਚਾਹੇ ਉਹ ਡਾਕਟਰ ਵਿਜੇ ਸਿੰਗਲੇ ਤੋਂ ਲੈ, ਉਹਨੂੰ ਕੱਢਦਾ, ਉਹ ਕਹਿੰਦੇ ਵੀ ਜੀ ਸੀਐਮ ਸਾਹਿਬ ਕਹਿੰਦੇ ਮੇਰੇ ਕੋਲ ਆਡੀਓ ਅੱਜ ਤੱਕ ਨਹੀਂ ਨਿਕਲੀ, ਚਲਾਨ ਨਹੀਂ ਪੇਸ਼ ਹੋਇਆ, ਜ਼ਮਾਨਤ ਹੋ ਗਈ। ਅੱਛਾ, ਉਹਨੂੰ ਪਾਰਟੀ 'ਚੋਂ ਵੀ ਨਹੀਂ ਕੱਢਿਆ। ਉਹ ਹਰੇਕ ਪਾਰਟੀ ਦੀ ਮੀਟਿੰਗ, ਹੁਣ ਦਿੱਲੀ ਵੀ ਮੀਟਿੰਗ ਅਟੈਂਡ ਕਰਕੇ ਆਏ। ਇੱਥੇ ਆ ਹੋ ਗਿਆ ਸਮਝੌਤਾ ਕਰਾ ਦਿਓ। ਕਾਨੂੰਨ ਦਾ ਰਾਜ ਨਹੀਂ, ਮਤਲਬ ਸਿਰਫ ਗੁੰਡਾਗਰਦੀ ਦਾ ਰਾਜ ਹੈ ਅਤੇ ਇਹ ਸਮਝੌਤਿਆਂ ਦਾ ਰਾਜ। ਆਰਾਮ ਨਾਲ ਚੱਲੋ, ਥੋੜਾ ਐਡਾ ਅਜੇ ਤਾਂ 6 ਮਹੀਨਿਆਂ 'ਚ ਹੀ ਇੰਨਾ ਆਪਾਂ ਜਲੂਸ ਕੱਢ ਲਿਆ। ਕਿੰਨਾ ਕੁ ਫਰਕ ਹੈਗਾ? ਤੇ ਉਹ ਜੇ ਸਿਸਟਮ ਹੁਣ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਕੀ ਲੱਗਦਾ ਕਿ ਮੌਜੂਦਾ ਗਵਰਨਮੈਂਟ ਉਹਨੂੰ ਟੈਕਲ ਕਰ ਸਕਦੀ? ਮੈਂ ਤਾਂ ਹੈਰਾਨ ਹੈ ਕਿ ਇੱਦਾਂ ਤਾਂ ਅੱਤਵਾਦ ਵੇਲੇ ਨਹੀਂ ਸੀ ਜਿੰਨਾ ਗੈਂਗਵਾਦ ਹੁਣ ਚੱਲ ਰਿਹਾ। ਮਤਲਬ ਗੈਂਗਸਟਰ ਸ਼ਰੇਆਮ ਧਮਕੀਆਂ ਦੇਈ ਜਾਂਦੇ ਆ, ਜ਼ਿੰਮੇਵਾਰੀ ਲਈ ਜਾਂਦੇ, ਧਮਕੀਆਂ ਦੀ। ਲੱਗਦਾ ਕਿ ਹਲੇ ਤੱਕ ਅਫਸਰਸ਼ਾਹੀ ਤੇ ਸਰਕਾਰ ਦਾ ਭਰੋਸਾ ਹੀ ਨਹੀਂ ਬਣ ਪਾ ਰਿਹਾ। ਪਹਿਲਾਂ ਤਾਂ MOU ਸਾਈਨ ਕਰ ਲਿਆ ਦਿੱਲੀ ਨਾਲ, ਹੈ ਜੀ, ਉੱਥੇ ਮੀਟਿੰਗਾਂ ਕਰਾ ਦਿੱਤੀਆਂ ਅਫਸਰਾਂ ਦੇ। ਦੇਖੋ ਤੁਹਾਡੇ ਜਿਹੜੇ ਅਫਸਰ ਤੁਹਾਡੇ ਨੇ, ਉਹ ਅੱਧੀ ਸਟੇਟ ਹੈ, ਤੁਸੀਂ ਪੂਰੀ ਸਟੇਟ ਦੇ ਮਾਲਕ ਹੈ। ਤੁਸੀਂ ਉਹਨਾਂ ਨਾਲ MOU ਕਰਕੇ ਜਿਹੜੇ ਤੁਹਾਡੇ ਅਫਸਰ ਆ ਉਹਨਾਂ ਨੂੰ ਥੱਲੇ ਲਾਤਾ ਉਹਨਾਂ ਨੇ। ਉਹਨੇ ਕਿਹਾ ਸੀ ਕਿ ਵੀ 54,000 ਕਰੋੜ ਤਾਂ ਮੇਰੀ ਜੇਬ 'ਚ ਹੈ। ਮੈਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹਨੂੰ IIT ਕਿਹਨੇ ਪਾਸ ਕਰਾਈ। ਉਹ ਸਾਡੇ ਵਰਗਾ ਸਾਹਿਬ ਭਗਵੰਤ ਸਿੰਘ, ਜਿਵੇਂ ਜਿਹੋ ਜਿਹੇ ਅਸੀਂ ਹੈ, ਜਿਹੋ ਜਿਹੇ ਪੰਜਾਬੀ ਹੁੰਦੇ ਨੇ, ਉਹ ਪਹਿਲੀ ਵਾਰੀ ਗਿਆ ਪ੍ਰਾਈਮ ਮਿਨਿਸਟਰ ਮਿਲਣ ਤੇ ਕਟੋਰਾ ਫੜਾਤਾ ਕਿ ਜੀ ਸਾਨੂੰ 50,000 ਕਰੋੜ ਰੁਪਏ 2 ਸਾਲਾਂ ਦੇ। ਵੀ ਜੇ ਤੁਹਾਡੇ ਕੋਲ ਪਹਿਲੇ 54,000 ਕਰੋੜ ਆ ਤਾਂ ਤੁਸੀਂ ਸਾਲ 6 ਮਹੀਨੇ ਦਾ ਟਿਕੋ। ਇੱਕ ਕਟਸੀ ਮੀਟਿੰਗ ਆ ਤੁਹਾਡੀ, ਉਹਦੇ 'ਤੇ ਇੱਕ ਐਕਸਚੇਂਜ ਆਫ ਪਲੇਜ਼ੈਂਟਰੀਜ਼ ਹੁੰਦਾ ਹੈ। ਤੁਸੀਂ ਜਾਂ ਤਾਂ ਏਜੰਡਾ ਲੈ ਕੇ ਜਾਓ, ਫਿਰ ਤਾਂ ਉਹ ਦੇਖੂਗਾ ਭਾਈ ਮੈਂ ਏਜੰਡਾ ਐਗਜ਼ਾਮ ਵੀ ਕਰਾ ਲੂਗਾ। ਪਹਿਲਾਂ ਤੁਸੀਂ ਗਏ ਜਾ ਕੇ ਉਹਦੇ ਕਿਹੜੇ ਜੇਬ 'ਚ ਪਏ ਨੇ, ਇੰਨੀ ਅਖਤਿਆਰ ਤਾਂ ਉਹਨੂੰ ਵੀ ਨਹੀਂ ਜੀ ਇੱਦਾਂ ਚੱਕ ਕੇ ਦੇ ਦੇ। ਸੋ ਮਤਲਬ ਇਹਨਾਂ ਨੂੰ ਜੇ ਇਹ ਕੰਮ ਨਹੀਂ ਕਰਨਾ ਆਉਂਦਾ, ਨਾ ਉੱਥੇ ਕਰਨਾ ਆਉਂਦਾ ਹੈ, ਨਾ ਇੱਥੇ ਆਉਂਦਾ ਹੈ, ਝੂਠ ਤੇ ਝੂਠ ਬੋਲੇ ਉਹਨਾਂ ਕਿਸੇ ਬੰਦਾ ਇਲੈਕਸ਼ਨ ਨਹੀਂ ਲੜਨੀ। ਤਾਂ ਲੱਗਦਾ ਕਿ NRI ਭਰਾਵਾਂ ਨੂੰ ਦੁਬਾਰਾ ਇੱਥੇ ਇਨਵੈਸਟ ਕਰਨ ਦੇ ਲਈ ਕੋਈ ਚੰਗੀ ਪਾਲਿਸੀ ਜਾਂ ਕੋਈ ਚੰਗਾ ਰਾਹ ਲੱਭਣਾ ਚਾਹੀਦਾ ਤਾਂ ਜੋ ਘੱਟੋ ਘੱਟ ਉਹ ਇਨਵੈਸਟ ਕਰਨ ਤੇ ਪੰਜਾਬ ਖੁਸ਼ਹਾਲੀ ਵੱਲ ਵਧੇ। ਪਰ ਦੇਖੋ, ਜਿਹੜਾ ਬੰਦਾ ਬਾਹਰ ਬੈਠਾ ਹੈ, ਜਿਹਨੇ ਆਪਦੇ ਪੈਸੇ ਬਹੁਤ ਮਿਹਨਤ ਨਾਲ ਕਮਾਏ, ਉਹਦੇ ਵਾਸਤੇ ਦੀ ਇੰਟਾਇਰ ਗਲੋਬ ਇਜ਼ ਦਾ ਮਾਰਕੀਟ। ਪੰਜਾਬ ਇਜ਼ ਨਾਟ ਦੀ ਮਾਰਕੀਟ, ਓਨਲੀ ਮਾਰਕੀਟ। ਅਕਾਲੀ ਸਰਕਾਰ ਵੀ ਰਹੀ, ਕਾਂਗਰਸ ਦੀ ਸਰਕਾਰ ਵੀ ਰਹੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹਨੂੰ ਤੁਸੀਂ ਹੋਰ ਤਰੀਕੇ ਨਾਲ ਦੇਖ ਰਹੇ ਹੋ। ਜਦੋਂ ਅਸੀਂ ਕਾਂਗਰਸ ਦੀ ਗੱਲ ਕਰ ਲਈ ਜਾਂ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰ ਲਈਏ, ਤੁਹਾਨੂੰ ਲੱਗਦਾ ਕਿ ਕੁਝ ਕਮੀਆਂ ਰਹੀਆਂ? ਮੇਰਾ ਤਾਂ ਖੈਰ ਪਿੰਡ ਬਰਗਾੜੀ ਹੈ, ਨਾਲ 2 ਬਾਈਬਲ ਕਲਾਂ 'ਚ ਪੁਲਿਸ ਮੁਲਾਜ਼ਮਾਂ ਨੇ ਗੋਲੀ ਚਲਾ ਕੇ 2 ਬੰਦੇ ਮਾਰਤੇ। ਤੁਸੀਂ क्यों नहीं आइडेंटिफाई कर सके? मेरी बहन आएगी, माँ उसको सूट देगी, 1,000 रुपया दे देंगे तो क्या फ़र्क पड़ता है? तो ਹੁਣ 6 ਮਹੀਨੇ ਦਾ ਹੋ ਗਏ, 6 ਸੂਟ ਵਿਚਾਰੀ ਦੇ ਕਿੱਥੇ ਗਏ? ਡਰੀਮਾਂ ਦੇ ਇਸ਼ਤਿਹਾਰ ਨਾਲ ਲਾਓ, ਤੁਸੀਂ ਕੰਮ ਕਰੋ, ਤੁਹਾਡਾ ਕੰਮ ਬੋਲੇ। ਜਿਵੇਂ ਇਹ ਕਹਿ ਵੀ ਰਹੇ ਨੇ ਕਿ ਸਾਡਾ ਕੰਮ ਬੋਲਦਾ, ਵੀ ਜਦੋਂ ਕੰਮ ਕਰ ਦੋਗੇ ਫਿਰ ਕੰਮ ਨੂੰ ਬੋਲਣ ਦੀ ਲੋੜ ਨਹੀਂ ਪੈਣੀ। PB ਪੰਜਾਬ ਦੇਖ ਰਹੇ ਹੋ ਤੁਸੀਂ ਇਸ ਵਕਤ। ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਵਿੱਚ ਹਾਲਾਤ ਅਜਿਹੇ ਨੇ ਕਿ ਹਰ ਮਸਲਾ ਜਿਹੜਾ ਇਸ ਵੇਲੇ ਉਹ ਚਿੰਤਾ ਦੇ ਵਿੱਚੋਂ ਨਿਕਲ ਰਿਹਾ ਹੈਗਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਪਾ ਰਹੀਆਂ। ਪੰਜਾਬ ਦੇ ਸਿਸਟਮ ਨੂੰ ਸਮਝਣਾ ਹੋਵੇ ਤਾਂ ਉੱਥੋਂ ਦੇ ਜਿਹੜੇ ਵੱਖ-ਵੱਖ IAS ਲੌਬੀ ਹੈਗੀ ਆ, ਵੱਖ-ਵੱਖ ਅਧਿਕਾਰੀ ਜਿਹੜੇ ਨੇ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਕੰਮ ਕਰ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਅਕਸਰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਆਖਿਰਕਾਰ ਚੱਲ ਕੀ ਰਿਹਾ ਹੈਗਾ, ਮਸਲਾ ਕਿੱਥੇ ਅੜਿਆ ਹੋਇਆ ਕਿ ਪੰਜਾਬ ਦੇ ਵਿੱਚ ਲਗਾਤਾਰ ਕਰਜ਼ਾ ਵੱਧ ਰਿਹਾ ਹੈਗਾ, ਫੰਡਿੰਗ ਜਿਹੜੀ ਹੈ ਪੰਜਾਬ ਦੇ ਵਿੱਚ NRI ਫੰਡਿੰਗ ਨਹੀਂ ਹੋ ਰਹੀ, ਜਿਸ ਤਰੀਕੇ ਨਾਲ ਬਹੁਤ ਸਾਰੇ ਮਸਲੇ ਨੇ ਉਹ ਜਿਉਂ ਦੇ ਤਿਉਂ ਨੇ। ਬੇਰੁਜ਼ਗਾਰੀ ਦਾ ਮਸਲੇ ਦਾ ਹੱਲ ਨਹੀਂ ਹੋ ਰਿਹਾ, ਰੁਜ਼ਗਾਰ ਨਹੀਂ ਪੈਦਾ ਹੋ ਰਿਹਾ, ਬਹੁਤ ਸਾਰੀਆਂ ਚੀਜ਼ਾਂ ਨੇ। ਤੇ ਅੱਜ ਸਾਡੇ ਨਾਲ ਰਿਟਾਇਰਡ IAS ਆਫੀਸਰ SS ਚੰਨੀ ਨੇ ਗੱਲਬਾਤ ਕਰਕੇ ਸਮਝਣਾ, ਕਿਉਂਕਿ ਪੰਜਾਬ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਰਹੇ ਨੇ, ਹੋਮ ਸੈਕਟਰੀ ਰਹੇ ਨੇ। ਇਸ ਤੋਂ ਇਲਾਵਾ ਜਦੋਂ ਅਸੀਂ ਗੱਲ ਕਰੀਏ ਥੱਲਿਓਂ ਅਹੁਦਿਆਂ ਤੋਂ ਸ਼ੁਰੂ ਕਰ ਲਈ ਤਾਂ DC ਦੇ ਤੌਰ ਤੇ ਵੀ ਆਪਣੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ। ਤਾਂ ਬਹੁਤ ਸਾਰੇ ਮਸਲੇ ਨੇ ਜਿਹੜੇ ਇਹ ਲਗਾਤਾਰ, ਕਿਉਂਕਿ ਸਮੇਂ ਦੇ ਵਿੱਚ ਰਹਿੰਦੇ ਹੋਏ, ਸਰਕਾਰ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੇ ਦੇਖੇ ਨੇ। ਅੱਜ ਗੱਲਬਾਤ ਕਰਕੇ ਸਮਝਣਾ ਹੈਗਾ ਕਿ ਇਹ ਸਿਸਟਮ ਕਿੱਥੇ ਕੁ ਕੋਤਾਹੀ ਹੈਗੀ ਹੈ, ਕਿੱਥੇ ਕੁ ਸਿਸਟਮ ਇਸ ਵੇਲੇ ਲੈਕ ਕਰ ਰਿਹਾ ਹੈਗਾ। ਬੜੀਆਂ ਬਰੀਕ ਚੀਜ਼ਾਂ ਨੇ ਉਹ ਸਮਝਣ ਵਾਲੀਆਂ। ਚੰਨੀ ਸਾਹਿਬ, ਪੰਜਾਬ ਬੜੇ ਨਾਜ਼ੁਕ ਦੌਰ 'ਚ ਲੰਘ ਰਿਹਾ ਹੈਗਾ। ਨਵੀਂ ਸਰਕਾਰ ਹੈ, 6 ਮਹੀਨੇ ਹੋ ਗਏ ਉਹਨੂੰ ਵੀ, ਉਹ ਵੀ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਅਸੀਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰੀਏ।
ਪਰ ਇੱਕ ਸਿਸਟਮ ਹੈਗਾ ਜਿਹੜਾ ਹਾਲੇ ਲਗਾਤਾਰ ਪੰਜਾਬ ਦੇ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ, ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ, ਬੇਰੁਜ਼ਗਾਰੀ ਇੱਥੇ ਹੈ, ਲਗਾਤਾਰ ਨੌਜਵਾਨ ਪਲਾਨ ਕਰ ਰਿਹਾ ਹੈਗਾ। ਤੁਸੀਂ ਸਿਸਟਮ ਦੇ ਵਿੱਚ ਰਹੇ ਹੋ, ਕਮੀ ਕਿੱਥੇ ਨਜ਼ਰ ਆਉਂਦੀ, ਸਭ ਤੋਂ ਵੱਡਾ ਕਾਰਨ ਕੀ ਲੱਗ ਰਿਹਾ ਹੈ? ਭੋਗ ਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੈ ਔਰ ਤੁਹਾਨੂੰ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਗੱਲ ਇਹ ਹੈਗੀ ਹੈ ਕਿ ਜਿਹੜਾ ਸਿਸਟਮ ਹੁੰਦਾ ਨਾ ਉਹ ਕਈ ਵਾਰੀ ਕੋਈ ਮਤਲਬ ਤੁਹਾਡੀ ਟੌਪ ਦੀ ਲੀਡਰਸ਼ਿਪ ਨਾ ਵੀ ਹੋਵੇ ਤੇ ਜਿਹੜਾ ਸਿਸਟਮ ਆ ਉਹ ਆਪਣੇ ਆਪ ਡਿਲੀਵਰ ਕਰੀ ਜਾਂਦਾ। ਮੰਨ ਲਓ ਪ੍ਰਾਈਮ ਮਿਨਿਸਟਰ ਨਹੀਂ ਹੈਗਾ ਤੇ ਜਿਹੜਾ ਪਿੰਡ ਦਾ ਕੰਮ ਹੈ, ਪਟਵਾਰੀ ਦਾ ਕੰਮ ਹੈ ਜਾਂ ਬਲਾਕ ਦਾ ਕੰਮ ਹੈ, ਡਿਸਟ੍ਰਿਕਟ ਦਾ ਕੰਮ ਹੈ, ਸਟੇਟ ਦਾ ਕੰਮ, ਉਹ ਚੱਲਦਾ ਰਹਿੰਦਾ। ਸਟੇਟ ਦੇ ਵਿੱਚ ਵੀ ਜੇ ਕੋਈ ਨਾ ਲੀਡਰਸ਼ਿਪ ਹੋਵੇ ਤਾਂ ਵੀ, ਕਿਉਂਕਿ ਆਪਾਂ ਇਸ ਤਾਂ ਗਵਰਨਰ ਰਾਜ ਜਾਂ ਪ੍ਰੈਜ਼ੀਡੈਂਟ ਰੂਲ ਆਪਾਂ ਇਹਨੂੰ ਅਸੀਂ ਮੈਨੇਜ ਜਿਹੜਾ ਹੁੰਦਾ ਉਹਦੇ ਵਿੱਚ ਵੀ ਅਸੀਂ ਨੌਕਰੀ ਕੀਤੀ ਹੈ ਔਰ ਮੈਂ 5 ਸਾਲ DC ਰਿਹਾ, ਲੁਧਿਆਣੇ, ਗੁਰਦਾਸਪੁਰ ਵੀ ਰਿਹਾ, ਹੋਰ ਜਗ੍ਹਾ ਵੀ ਰਿਹਾ। ਮਤਲਬ ਉਹ ਸਿਸਟਮ ਜਿਹੜਾ ਇਹ ਪਤਾ ਕੀ ਹੈ, ਸਾਡੀ ਹੁਣ ਇਸ ਵੇਲੇ ਕੀ ਪ੍ਰੋਬਲਮ ਹੈ ਕਿ ਜਿਨ੍ਹਾਂ ਨੇ ਸਿਸਟਮ ਨੂੰ ਚਲਾਉਣਾ ਨਹੀਂ, ਸਿਰਫ ਸਿਸਟਮ ਨੂੰ ਅਲਾਓ ਕਰਨਾ ਕਿ ਚੱਲੋ, ਸਿਸਟਮ ਚੱਲੇ, ਉਹ ਸਿਸਟਮ ਨੂੰ ਚੱਲਣ ਨਹੀਂ ਦਿੰਦੇ। ਉਹਦੇ ਵਿੱਚ ਕੀ ਹੋ ਗਿਆ ਕਿ ਖੜੋਤ ਆ ਗਈ। ਖੜੋਤ ਕਿਉਂ ਆ ਗਈ? ਤੁਸੀਂ ਇਹ ਦੇਖੋ ਵੀ ਜਿੱਦੋਂ ਦੇ ਇਹ ਆਏ ਨੇ, ਮਤਲਬ ਚਾਹੇ ਐਡਵੋਕੇਟ ਜਨਰਲ ਬਦਲਤਾ, ਚੀਫ ਸੈਕਟਰੀ ਬਦਲਤਾ, DGP ਬਦਲਤਾ, ਅਫਸਰ ਬਦਲਤੇ, ਰੋਜ਼ ਜਿਹੜੇ ਅਫਸਰ ਲਾਏ ਨੇ ਉਹਨਾਂ ਦੀਆਂ ਵੀ 3-3 4-4 ਵਾਰੀ ਜਿਹੜੀਆਂ ਟਰਾਂਸਫਰਸ ਹੋ ਗਈਆਂ ਨੇ, ਉਦੋਂ ਵੀ ਜ਼ਿਆਦਾ ਵਾਰੀ ਹੋ ਗਈਆਂ ਨੇ। ਜਿੰਨੀ ਦੇਰ ਦੇਖੋ ਇੱਕ ਗੱਲ ਹੁੰਦੀ ਹੈ ਕਿ ਤੁਸੀਂ ਆਪਣੀ ਟੀਮ ਸਿਲੈਕਟ ਕਰਨੀ ਹੈ। ਜਿਸ ਤਰ੍ਹਾਂ 92 MLA ਦੇ ਵਿੱਚੋਂ ਤੁਸੀਂ ਜਿਹੜੇ ਅਜੇ 17 ਚੁਣ ਸਕਦੇ ਆ ਮੰਤਰੀ, ਤੇ ਸਾਰਿਆਂ ਨੂੰ ਤਾਂ ਮੰਤਰੀ ਨਹੀਂ ਨਾ ਬਣਾਉਂਦੇ। ਇਸੇ ਤਰ੍ਹਾਂ ਹੀ ਬਿਊਰੋਕ੍ਰੇਸੀ ਹੈ। ਮੰਨ ਲਓ ਕੋਈ 150-200 IAS ਅਫਸਰ ਹੈ, ਤੁਸੀਂ ਉਹਦੇ ਵਿੱਚੋਂ ਆਪਦੀ ਟੀਮ ਚੁਣੋ, ਜਿਹੜੇ ਬੰਦੇ ਇੱਕ ਪਰਿਵਾਰਕ ਤੌਰ 'ਤੇ ਤੁਹਾਡੇ ਨਾਲ ਨਿਭਣ, ਤੁਹਾਡੀ ਗੱਲ ਨੂੰ ਸਮਝਣ, ਤੁਹਾਡੀ ਪਾਲਿਸੀ ਨੂੰ ਸਮਝਣ ਔਰ ਉਹਨੂੰ ਅੱਗੇ ਲੱਗ ਕੇ ਲੀਡਰਸ਼ਿਪ ਵਾਲੀਆਂ ਕੁਆਲਿਟੀਜ਼ ਲੈ ਕੇ ਉਹਨੂੰ ਇੰਪਲੀਮੈਂਟ ਕਰਾਉਣ, ਡਿਲੀਵਰ ਕਰਨ। ਹੁਣ ਇਹਨਾਂ ਨੂੰ ਇਹ ਨਹੀਂ ਸਮਝ ਆ ਰਹੀ, ਪਹਿਲਾਂ ਤਾਂ ਇਹਨਾਂ ਨੂੰ ਆਪ ਨੂੰ ਨਹੀਂ ਪਤਾ। ਦੇਖੋ ਇਟ ਇਜ਼ ਵੈਰੀ ਵੈਰੀ ਅਨਫੋਰਚੂਨੇਟ ਕਿ ਦੇਖੋ ਬਦਲਾਅ ਆ ਗਿਆ, ਲੋਕਾਂ ਨੇ ਬਦਲਾਅ ਲਿਆਂਦਾ, ਕਿਉਂਕਿ ਰਵਾਇਤੀ ਪਾਰਟੀਆਂ ਨਹੀਂ ਠੀਕ ਸੀਗੀਆਂ। ਉਹ ਵੀ ਚੰਗਾ ਹੋਇਆ, ਮੈਂ ਤਾਂ ਕਹਿੰਦਾ ਵੀ ਜਿਨ੍ਹਾਂ ਦੇ ਧੌਣਾ 'ਚ ਕਿੱਲੇ ਉੱਗੇ ਹੋਏ ਸੀ ਉਹ ਕੱਢਤੇ ਲੋਕਾਂ ਨੇ, ਉਹ ਨਿਕਲਣੇ ਜ਼ਰੂਰੀ ਸੀ, ਇਹਨਾਂ ਨੂੰ ਮੌਕਾ ਮਿਲ ਗਿਆ। ਇਹ ਕਹਿੰਦੇ ਆਮ ਆਦਮੀ ਪਾਰਟੀ ਆ ਗਈ, 92 MLA ਆ ਗਏ। ਇੰਨੀ ਕਿਸੇ ਵੀ ਸਿੰਗਲ ਪਾਰਟੀ ਨੂੰ ਅੱਜ ਤੱਕ ਮੈਜੋਰਟੀ ਨਹੀਂ ਮਿਲੀ। ਹੁਣ ਤੁਸੀਂ ਦੇਖੋ, ਤੁਸੀਂ ਹੁਣ ਮਤਲਬ ਬਜਾਏ ਕਿ ਤੁਸੀਂ ਕੋਈ ਗਾਈਡ ਕਰੋ। ਇੱਕ ਤਾਂ ਪ੍ਰੋਬਲਮ ਇਹਨਾਂ ਦੀ ਹੈਗੀ, ਮੈਂ ਇਨੀਸ਼ੀਅਲੀ ਦੱਸਣਾ ਚਾਹੁੰਦਾ ਕਿ ਦੇ ਡੋਂਟ ਹੈਵ ਐਨੀ ਐਕਸਪੀਰੀਅੰਸ। ਜਿੰਨੀ ਦੇ ਦੇਖੋ, ਜੇ ਮੈਂ ਇੱਥੋਂ ਤੋਂ ਕੰਮ ਲੈਣਾ, ਜੇ ਮੈਨੂੰ ਖੁਦ ਨੂੰ ਕੰਮ ਨਹੀਂ ਆਉਂਦਾ ਤਾਂ ਫਿਰ ਮੈਂ ਕੰਮ ਕਿੱਦਾਂ ਲੈ ਸਕਦਾ? ਤੁਹਾਨੂੰ ਖੁਦ ਨੂੰ ਨੌਲੇਜ ਹੋਏਗੀ ਤਾਂ ਹੀ ਤੁਸੀਂ ਕਿਸੇ ਨੂੰ ਗਾਈਡ ਕਰ ਸਕਦੇ ਆ, ਤਾਂ ਹੀ ਤੁਸੀਂ ਕਿਸੇ ਨੂੰ ਚੈੱਕ ਕਰ ਸਕਦੇ ਆ, ਤਾਂ ਹੀ ਤੁਸੀਂ ਕਿਸੇ ਨੂੰ ਮੋਨੀਟਰ ਕਰ ਸਕਦੇ। ਉਹ ਚੀਜ਼ ਲੈਕਿੰਗ ਹੈ, ਨਾ ਆਨਰੇਬਲ ਚੀਫ ਮਿਨਿਸਟਰ ਕੋਲ ਹੈ, ਨਾ ਮਿਨਿਸਟਰਸ ਕੋਲ ਹੈ। ਤੇ ਜੋ ਇਹਨਾਂ ਦੇ ਮਿਨਿਸਟਰਾਂ ਨੇ ਤੇ ਉਦੋਂ ਗਾਂ ਹੁਣ ਤਾਂ MLAs ਨੇ, ਜੋ ਮਤਲਬ ਤੁਸੀਂ ਇਹ ਪਤਾ ਕੀ ਹੈ, ਜਿਹੜੀ ਤੁਹਾਡੇ ਬਿਊਰੋਕ੍ਰੇਸੀ ਹੈ ਜਾਂ ਜਿਹੜੇ ਤੁਹਾਡੇ ਮੁਲਾਜ਼ਮ ਨੇ, ਇਹ ਤੁਹਾਡੇ ਕਰਿੰਦੇ ਨੇ। ਇੱਕ ਦੂਜੀਆਂ ਇਹ ਤੁਹਾਡੀਆਂ ਅੱਖਾਂ ਨੇ, ਕੰਨ ਨੇ, ਜ਼ਬਾਨ ਵੀ ਹੈ ਟੂ ਸਮ ਐਕਸਟੈਂਟ। ਜੇ ਤੁਸੀਂ ਇਹ ਸਾਰਾ ਕੁਛ ਬੇਵਿਸ਼ਵਾਸੀ 'ਚ ਪਾਤਾ ਤੇ ਉਹਨਾਂ ਨੇ ਚੁੱਪ ਕਰ ਜਾਣਾ, ਉਹਨਾਂ ਤਨਖਾਹ ਮਿਲੀ ਜਾਣੀ ਹੈ, ਕੰਮ ਤੁਹਾਡਾ ਹੋਣਾ ਨਹੀਂ, ਲੋਕਾਂ ਦੇ ਕੰਮ ਨਹੀਂ ਹੋਣੇ। ਨੁਕਸਾਨ ਕਿਹਦਾ ਹੋਣਾ? ਲੋਕਾਂ ਦਾ। ਜਿਹੜੀ ਬਿਊਰੋਕ੍ਰੇਸੀ ਹੁੰਦੀ ਹੈ ਉਹ ਫੇਸਲੈਸ ਹੁੰਦੀ ਹੈ। ਫੇਸਲੈਸ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਜਾ ਕੇ ਲੋਕਾਂ ਤੋਂ ਦੁਬਾਰਾ ਵੋਟ ਨਹੀਂ ਮੰਗਣੀ। ਜਿਹੜਾ ਪੋਲੀਟੀਸ਼ੀਅਨ ਉਹਨੇ ਵੋਟ ਮੰਗਣੀ। ਸੋ ਉਹਨਾਂ ਨੂੰ ਕੀ ਫਰਕ ਪੈਂਦਾ? ਜੇ ਹੁਣ ਤੁਸੀਂ ਸਾਥ ਨਹੀਂ ਦਿਓਗੇ ਕਿਸੇ ਦਾ, ਕਿਸੇ ਨੂੰ ਸੇਧ ਹੀ ਨਹੀਂ ਦਿਓਗੇ, ਕਿਸੇ 'ਤੇ ਵਿਸ਼ਵਾਸ ਨਹੀਂ ਕਰੋਗੇ, ਜਾਂ ਤੁਸੀਂ ਆਪ ਇੱਕ ਰੋਲ ਮਾਡਲ ਬਣ ਕੇ ਨਹੀਂ ਵਿਚਰਦੇ। ਹੁਣ ਮਤਲਬ ਕਿਸ ਤਰ੍ਹਾਂ ਕਿੰਨੇ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ। ਚਾਹੇ ਹੁਣ ਡਾਕਟਰ ਵਿਜੇ ਸਿੰਗਲੇ ਤੋਂ ਲੈ ਲਓ, ਉਹਨੂੰ ਕੱਢਤਾ, ਉਹ ਕਹਿੰਦੇ ਜੀ CM ਸਾਹਿਬ ਕਹਿੰਦੇ ਮੇਰੇ ਕੋਲ ਆਡੀਓ ਅੱਜ ਤੱਕ ਨਹੀਂ ਨਿਕਲੀ, ਚਲਾਨ ਨਹੀਂ ਪੇਸ਼ ਹੋਇਆ, ਜ਼ਮਾਨਤ ਹੋ ਗਈ। ਅੱਛਾ, ਉਹਨੂੰ ਪਾਰਟੀ 'ਚੋਂ ਵੀ ਨਹੀਂ ਕੱਢਿਆ। ਉਹ ਹਰੇਕ ਪਾਰਟੀ ਦੀ ਮੀਟਿੰਗ, ਹੁਣ ਦਿੱਲੀ ਵੀ ਮੀਟਿੰਗ ਅਟੈਂਡ ਕਰਕੇ ਆਏ। ਫਿਰ ਸਰਾਰੀ ਸਾਹਿਬ ਦੀ ਗੱਲ ਕਰ ਲਓ, ਉਹ 'ਤੇ ਵੀ ਆਡੀਓ ਨਿਕਲਿਆ ਹੀ, ਉਹ 'ਤੇ ਵੀ ਮਿੱਟੀ ਪਾਤੀ, ਕੁਛ ਨਹੀਂ ਹੋਇਆ, ਨਾ ਹੋਣਾ। ਇਹ ਜਿਹੜੇ ਕਹਿੰਦੇ ਅਸੀਂ ਕੱਟੜ ਇਮਾਨਦਾਰ ਹੈ, ਜ਼ੀਰੋ ਟੋਲਰੈਂਸ ਫਾਰ ਕਰਪਸ਼ਨ ਹੈਗੀ ਹੈ, ਉਹ ਬੰਦੇ। ਹੁਣ ਤੁਸੀਂ ਫਿਰ ਉਹ ਜਿਹੜਾ ਉੱਥੇ ਰੌਲਾ ਪੈ ਗਿਆ ਜਲੰਧਰ 2 MLA ਦਾ, ਫਿਰ ਉਹ ਰੋਜ਼ ਮਾਫੀਆਂ ਮੰਗੀ ਜਾਂਦੇ ਨੇ। ਇਹ ਸਰਕਾਰ ਨੂੰ ਜਾਂ ਜਿੰਨੇ ਸੀਨੀਅਰ ਅਫਸਰ ਕੋਈ ਕੰਮ ਨਹੀਂ ਵੀ ਇੱਥੇ ਆ ਹੋ ਗਿਆ ਸਮਝੌਤਾ ਕਰਾ ਦਿਓ ਯਾਰ, ਇੱਥੇ ਆ ਹੋ ਗਿਆ ਸਮਝੌਤਾ ਕਰਾ ਦਿਓ। ਮਤਲਬ ਕਾਨੂੰਨ ਦਾ ਰਾਜ ਨਹੀਂ, ਮਤਲਬ ਸਿਰਫ ਗੁੰਡਾਗਰਦੀ ਦਾ ਰਾਜ ਹੈ ਅਤੇ ਸਮਝੌਤਿਆਂ ਦਾ ਰਾਜ। ਅੱਜ ਇੱਕ ਕੱਲ੍ਹ ਉੱਥੇ ਨਾ ਅੱਜ ਹੀ ਉਹ ਫਰੀਦਕੋਟ ਉਹਦੇ MLA ਦੀ ਘਰ ਵਾਲੀ ਨੂੰ ਸੀਟ ਉਠਾਤਾ ਜਾਂ ਪਤਾ ਨਹੀਂ ਕੀ ਹੈ, ਉਹ ਫਿਰ ਮਾਫੀ ਮੰਗ ਲਈ ਉਹਨੇ ਲੋਕਾਂ ਤੋਂ। ਮਤਲਬ ਤੁਸੀਂ ਇਹੋ ਜਿਹੇ ਕੰਮ ਕਰਦੇ ਕਿਉਂ? ਦੇਖੋ ਐਡੀ ਕੀ ਗੱਲ ਹੈ, ਤੁਸੀਂ MLA ਬਣੇ, ਤੁਹਾਨੂੰ ਸੀਟ ਮਿਲ ਹੀ ਜਾਣੀ ਹੈ, ਕੋਈ ਵੀ ਖੜਾ ਹੋ ਜਾਊਗਾ, ਆਰਾਮ ਨਾਲ ਚੱਲੋ। ਤੁਹਾਡਾ ਐਡਾ ਅਜੇ ਤਾਂ 6 ਮਹੀਨਿਆਂ 'ਚ ਹੀ ਇੰਨਾ ਆਪਾਂ ਜਲੂਸ ਕੱਢ ਲਿਆ। ਔਰ ਹੁਣ ਤੁਸੀਂ ਦੇਖੋ, ਇਹਨਾਂ ਨੂੰ ਪੈਸੇ ਤਾਂ ਮਿਲੇ ਨਹੀਂ,
2180 ਕਰੋੜ ਰੁਪਏ ਦਾ ਜੁਰਮਾਨਾ ਐਨਜੀਟੀ ਨੇ ਕਰਤਾ ਕਿ ਜਿਹੜੀ ਸੋਲਿਡ ਤੇ ਦੂਸਰੀ ਵੇਸਟ ਮੈਨੇਜਮੈਂਟ ਆ ਉਹਦਾ ਨਹੀਂ ਕੁਝ ਕਰ ਰਿਹਾ, ਤੇ 1200 ਕਰੋੜ ਰੁਪਇਆ ਹੋਰ ਲੈ ਲਿਆ ਵੇਜ਼ ਐਂਡ ਮੀਨਸ ਵਾਸਤੇ ਵਰਲਡ ਬੈਂਕ ਤੋਂ। ਦੇਖੋ ਜਿੰਨੀਆਂ ਜਿਹੜੇ ਬਾਹਰਲੀਆਂ ਇੰਸਟੀਟਿਊਸ਼ਨ ਨੇ ਉਹਨਾਂ ਵਾਸਤੇ ਸਰਕਾਰ ਨੂੰ ਪੈਸੇ ਦੇਣੇ ਸਭ ਤੋਂ ਸੌਖੇ ਹੁੰਦੇ, ਕਿਉਂਕਿ ਕਹਿੰਦੇ ਉਪਰੰਤ ਨਹੀਂ ਹੁੰਦਾ, ਗਰੰਟੀਆਂ ਹੁੰਦੀਆਂ ਨੇ। ਪਰ ਤੁਸੀਂ ਤੁਸੀਂ ਇਹ ਤਾਂ ਦੱਸੋ ਨਾ, ਅਸੀਂ ਇਹ ਪੈਸਾ ਲਾਣਾ ਕਿੱਥੇ ਹੈ, ਉਹਦੇ ਨਾਲ ਕਿਹੜੇ ਐਸੈਟ ਕ੍ਰੀਏਟ ਕਰ ਰਹੇ ਹਾਂ। ਚੰਨੀ ਸਾਹਿਬ, ਇੱਕ ਬੜੀ ਅਹਿਮ ਚੀਜ਼, ਜਿਵੇਂ ਆਪਾਂ ਗੱਲ ਕਰ ਰਹੇ ਸੀ, ਤੁਸੀਂ ਵੀ ਇੱਕ ਬੜੀ ਅਹਿਮ ਗੱਲ ਕਹੀ ਕਿ ਤੁਸੀਂ ਤਾਂ ਉਸ ਸਮੇਂ ਵੀ ਕੰਮ ਕੀਤਾ ਹੈਗਾ, ਉਸ ਵੇਲੇ ਵੀ ਸਿਸਟਮ ਚਲਾਇਆ ਹੈਗਾ ਜਿਸ ਵੇਲੇ ਸਿੱਧੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਐਮਰਜੈਂਸੀ ਲੱਗੀ ਹੋਈ ਸੀਗੀ। ਉਹ ਸਿਸਟਮ ਨੂੰ ਚਲਾਉਣਾ ਤੇ ਇਸ ਸਿਸਟਮ ਨੂੰ, ਜਦੋਂ ਸਾਰਾ ਕੁਝ ਸਹੀ ਹੈਗਾ, ਸਰਕਾਰਾਂ ਆਪਣੇ ਫੁੱਲ ਮੈਜੋਰਿਟੀ ਦੇ ਨਾਲ ਆਈਆਂ, ਕਿੰਨਾ ਕੁ ਫਰਕ ਹੈਗਾ? ਤੇ ਉਹ ਜੇ ਸਿਸਟਮ ਹੁਣ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਤਾਂ ਕੀ ਲੱਗਦਾ ਕਿ ਮੌਜੂਦਾ ਗਵਰਨਮੈਂਟ ਉਹਨੂੰ ਟੈਕਲ ਕਰ ਸਕੇ? ਦੇਖੋ ਗੱਲ ਇਹ ਹੈਗੀ ਹੈ, ਉਦੋਂ ਮਾੜੇ ਹਾਲਾਤ ਤਾਂ ਚਲੋ ਰੱਬ ਕਦੇ ਨਾ ਹੀ ਲਿਆਵੇ ਜਿਸ ਤਰ੍ਹਾਂ ਦੇ ਹਾਲਾਤ ਸੀਗੇ, ਪਰ ਇਹਨਾਂ ਦੇ ਆਉਣ ਨਾਲ ਅਸੀਂ ਤਾਂ ਉਹਨਾਂ ਦੇ ਹਾਲਾਤਾਂ ਦੇ ਵਿੱਚ ਵੀ ਰਹੇ ਹਾਂ, ਪਰ ਅਸੀਂ ਸਰਵਿਸ ਕੀਤੀ, ਡਰੇ ਨਹੀਂ, ਨਾ ਅੱਤਵਾਦ ਤੋਂ ਡਰੇ, ਨਾ ਕਿਸੇ ਹੋਰ ਚੀਜ਼ ਤੋਂ, ਲੋਕਾਂ ਦੀ ਸੇਵਾ ਕੀਤੀ ਔਰ ਲੋਕਾਂ ਨੂੰ ਕੋਈ ਇਹ ਪਰੇਸ਼ਾਨੀ ਨਹੀਂ ਆਉਣ ਦਿੱਤੀ। ਹੁਣ ਤੁਸੀਂ ਇਹਨਾਂ ਦੀ ਜਿਹੜੀ ਹੈਗੀ ਆ ਉਹ ਗੱਲ ਲੈ ਲਓ, ਜੇ ਮਤਲਬ ਜੇ 6 ਮਹੀਨੇ ਹੋਏ, 6 ਮਹੀਨਿਆਂ ਦੇ ਵਿੱਚ ਤੁਸੀਂ ਦੇਖੋ ਇੱਥੇ, ਮਤਲਬ ਮੈਂ ਤਾਂ ਹੈਰਾਨ ਹੈ ਕਿ ਇੱਦਾਂ ਤਾਂ ਅੱਤਵਾਦ ਵੇਲੇ ਨਹੀਂ ਸੀ ਜਿੰਨਾ ਗੈਂਗਵਾਦ ਹੁਣ ਚੱਲ ਰਿਹਾ। ਮਤਲਬ ਗੈਂਗਸਟਰ ਸ਼ਰੇਆਮ ਧਮਕੀਆਂ ਦੇਈ ਜਾਂਦੇ ਆ, ਜ਼ਿੰਮੇਵਾਰੀ ਲਈ ਜਾਂਦੇ ਆ, ਧਮਕੀਆਂ ਦੀ ਮਤਲਬ ਕੋਈ ਗੱਲ ਸਰਕਾਰ ਵਾਲੀ ਜਾਂ ਸਰਕਾਰ ਦੇ ਦਾ ਡਰ ਜਾਂ ਕੋਈ ਰੂਲ ਆਫ ਲਾਅ ਜਾਂ ਕੋਈ ਸਰਕਾਰ ਦੀ ਜਾਂ ਪੁਲਿਸ ਦੀ ਕੋਈ ਦਹਿਸ਼ਤ, ਉਹਦਾ ਮਿਸਿੰਗ ਹੈ। ਜੇ ਜਿੰਨੀ ਦੇਰ ਤੁਸੀਂ ਹਰ ਬੰਦੇ ਨੂੰ ਤੁਸੀਂ ਟੱਚ ਨਹੀਂ ਕਰ ਸਕਦੇ, ਇੱਕ ਸਿਰਫ ਲਾਅ ਦਾ ਲੋਕਾਂ ਤੇ ਮਤਲਬ ਦਬਦਬਾ ਕਹਿ ਲਓ, ਜਾਂ ਇੱਕ ਲੋਕਾਂ ਦਾ ਨੂੰ ਡਰ ਹੁੰਦਾ, ਸਿਸਟਮ ਦਾ ਡਰ ਹੁੰਦਾ, ਉਸ ਕਰਕੇ ਲੋਕ ਕ੍ਰਾਈਮ ਨਹੀਂ ਕਰਦੇ। ਹੁੰਦੇ ਵਿੱਚ ਕਰੀ ਵੀ ਜਾਂਦੇ ਨੇ ਪਰ ਜਨਰਲ ਨਹੀਂ ਕਰਦੇ। ਹੁਣ ਇਹ ਖੁਦ ਹੀ ਕਰੀ ਜਾਂਦੇ ਨੇ। ਦੇ ਆਰ ਸੈਟਿੰਗ ਐਗਜ਼ਾਮਪਲਸ, ਚਾਹੇ ਉਹ ਕਰਪਸ਼ਨ ਲੈ ਲਓ, ਚਾਹੇ ਗੁੰਡਾਗਰਦੀ ਲੈ ਲਓ, ਚਾਹੇ ਕੁਛ ਲੈ ਲਓ, ਬਿਨਾਂ ਮਤਲਬ ਕਿਸੇ। ਹੁਣ ਤੁਸੀਂ ਦੇਖੋ ਕੋਈ ਇਹੋ ਜਿਹਾ ਫੈਸਲਾ ਇਹਨਾਂ ਨੇ ਨਹੀਂ ਕੀਤਾ ਜਿਹਦੇ ਹਾਈ ਕੋਰਟ ਚੈਲੰਜ ਹੋਇਆ ਨਾਲ ਦੀ ਨਾਲ ਸਟੇ ਹੋ ਗਈ, ਜਾਂ ਸਲੈਪਿੰਗ ਬਾਈ ਦੀ ਆਨਰੇਬਲ ਹਾਈ ਕੋਰਟ। ਤੇ ਹੁਣ ਮਤਲਬ ਤੁਸੀਂ ਕਦੇ ਤਾਂ ਕੋਈ ਚੀਜ਼ ਸਿੱਖੋ। ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਇਹ ਆਪਣੇ ਅਫਸਰਾਂ ਦੀ ਚੰਗੀ ਟੀਮ ਚੁਣ ਲੈਣ ਔਰ ਉੱਤੇ ਭਰੋਸਾ ਕਰਨ, ਆਪ ਇਹਨਾਂ ਨੂੰ ਕੁਛ ਕਰਨ ਦੀ ਲੋੜ। ਅਫਸਰ ਪੰਜਾਬ ਦੇ ਬਹੁਤ ਮਿਹਨਤੀ ਹੈ, ਬਹੁਤ ਤਜਰਬੇਕਾਰ ਹੈ। ਸਾਡੇ ਕੋਲ ਕਿਹੜਾ ਚੀਫ ਮਿਨਿਸਟਰ ਸੀਗਾ ਜਦੋਂ ਅਸੀਂ ਡਿਲੀਵਰ ਕਰਦੇ ਰਹੇ? ਸਾਡੇ ਕੋਲ ਕੋਈ ਮਿਨਿਸਟਰ ਵੀ ਨਹੀਂ ਸੀ। ਪ੍ਰੈਜ਼ੀਡੈਂਟ ਰੂਲ ਤਾਂ ਇਕੱਲਾ ਗਵਰਨਰ ਹੁੰਦਾ, ਗਵਰਨਰ ਦੇ ਬੈਠਾ ਚੰਡੀਗੜ੍ਹ, 3-4 ਉਹਦੇ ਐਡਵਾਈਜ਼ਰ ਹੁੰਦੇ ਨੇ, ਉਹ ਕਿੱਥੇ ਕਿੱਥੇ ਪਹੁੰਚ ਸਕਦੇ ਨੇ। ਕਿਉਂਕਿ ਜਿਹੜੇ ਅਫਸਰ ਨੇ ਅੱਜ ਕੱਲ੍ਹ, ਦੇਖੋ ਹੁਣ ਆਪਾਂ ਕਹਿੰਦੇ ਹਾਂ ਮੈਂ ਵੀ DCG SSP ਬਹੁਤ ਚੰਗਾ, ਪਰ ਜਿਹੜਾ ਆਮ ਬੰਦਾ ਉਹਨੂੰ ਤਾਂ ਇੱਕ ਕਾਂਸਟੇਬਲ ਮੀਟ ਕਰਦਾ, ਵਟ ਐਵਰ ਬਿਹੇਵੀਅਰ ਹੀ ਡਜ਼ ਵਿਦ ਦੈਟ ਪਰਸਨ, ਉਹ ਮੈਟਰ ਕਰਦਾ। DC ਦਾ ਤਾਂ ਨਹੀਂ ਮੈਟਰ ਕਰਦਾ। ਹੁਣ ਆਪਾਂ ਕਹੇ ਚੀਫ ਮਿਨਿਸਟਰ ਬਹੁਤ ਵਧੀਆ, ਚੀਫ ਮਿਨਿਸਟਰ ਹਰ ਬੰਦੇ ਨੂੰ ਮਿਲਦਾ ਨਹੀਂ, ਠੀਕ ਹੈ, ਉਹ ਤਾਂ ਵੈਸੇ ਤੁਹਾਨੂੰ ਵੀ ਨਹੀਂ ਮਿਲਦਾ। ਵੈਸੇ ਸਰ ਇੱਕ ਬੜੀ ਅਹਿਮ ਚੀਜ਼ ਹੈ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੱਕ ਤੰਤਰ ਨੂੰ ਜਦੋਂ ਚਲਾਉਣਾ ਹੁੰਦਾ ਤਾਂ ਲੋਕਾਂ ਤੇ ਭਰੋਸਾ ਕਰਨਾ ਪੈਂਦਾ। ਲੱਗਦਾ ਕਿ ਹਲੇ ਤੱਕ ਅਫਸਰਸ਼ਾਹੀ ਤੇ ਸਰਕਾਰ ਦਾ ਭਰੋਸਾ ਹੀ ਨਹੀਂ ਬਣ ਪਾ ਰਿਹਾ, ਇਸੇ ਕਰਕੇ ਬਾਰ-ਬਾਰ ਤਬਾਦਲੇ ਹੋ ਰਹੇ ਨੇ ਜਾਂ ਬਦਲੀਆਂ ਹੋ ਰਹੀਆਂ ਨੇ, ਤਾਂ ਉਹ ਇੱਕ ਟੀਮ ਹੀ ਨਹੀਂ ਚੁਣੀ ਗਈ 6 ਮਹੀਨਿਆਂ ਦੇ ਵਿੱਚ। ਬਿਲਕੁਲ ਭੋਗਲ ਸਾਹਿਬ, ਪ੍ਰੋਬਲਮ ਇਹੀ ਹੈ। ਤੁਸੀਂ ਹੋਰ ਦੇਖੋ, ਪਹਿਲਾਂ ਤਾਂ MOU ਸਾਈਨ ਕਰ ਲਿਆ ਦਿੱਲੀ ਨਾਲ, ਹੈ ਜੀ, ਉੱਥੇ ਮੀਟਿੰਗਾਂ ਕਰਾਤੀਆਂ ਅਫਸਰਾਂ ਦੇ। ਦੇਖੋ ਤੁਹਾਡੇ ਜਿਹੜੇ ਅਫਸਰ ਤੁਹਾਡੇ ਨੇ, ਉਹ ਅੱਧੀ ਸਟੇਟ ਹੈ, ਤੁਸੀਂ ਪੂਰੀ ਸਟੇਟ ਦੇ ਮਾਲਕ ਹੈ। ਉਹਨੂੰ ਕੇਜਰੀਵਾਲ ਦਾ ਸੁਪਨਾ ਹੀ ਰਹਿ ਗਿਆ, ਬਣਨਾ ਤਾਂ ਪੂਰੀ ਸਟੇਟ ਦਾ ਚੀਫ ਮਿਨਿਸਟਰ ਚਾਹੁੰਦਾ ਸੀ, ਚਲੋ ਐ ਨਹੀਂ ਹੋਇਆ। ਤੁਸੀਂ ਉਹਨਾਂ ਨਾਲ MOU ਕਰਕੇ ਜਿਹੜੇ ਤੁਹਾਡੇ ਅਫਸਰ ਆ ਉਹਨਾਂ ਨੂੰ ਥੱਲੇ ਲਾਤਾ, ਉਹਨਾਂ ਦੇ ਐਜ਼ ਇਫ ਦੇ ਨੂੰ ਨਥਿੰਗ। ਹੁਣ ਗੱਲ ਕੀ ਹੈ ਜੀ, ਸਕੂਲਿੰਗ ਕਰਨੀ ਹੈ। ਉਹ ਭਾਈ ਜੇ ਤੁਹਾਨੂੰ ਸਕੂਲਿੰਗ ਹੀ ਨਹੀਂ ਕਰਨੀ ਆਉਂਦੀ ਤੁਹਾਡੇ ਅਫਸਰਾਂ ਨੂੰ ਜਾਂ ਐਡਮਿਨਿਸਟ੍ਰੇਸ਼ਨ ਨੂੰ, ਜਾਂ ਤੁਹਾਨੂੰ ਡਿਸਪੈਂਸਰੀਆਂ ਨਹੀਂ ਬਣਾਉਣੀਆਂ ਆਉਂਦੀਆਂ, ਤੇ ਫਿਰ ਤੁਹਾਨੂੰ ਆਉਂਦਾ ਕੀ ਹੈ? ਕਾਹਦਾ ਤੁਸੀਂ ਕੀ ਕਰੀ ਜਾਂਦੇ? ਤੁਸੀਂ ਇੱਕ ਅਫਸਰ ਜਿਹੜੇ ਤੁਹਾਡੇ ਹੈਗੇ ਨੇ ਉਹਨਾਂ ਨੂੰ ਮਾਨ ਸਨਮਾਨ ਦਿਓ। ਹੁਣ ਬਸ ਦੇਖੋ, ਇਹਨਾਂ ਨੇ ਐਕਸਾਈਜ਼ ਪਾਲਿਸੀ ਪੜ੍ਹੀ ਉੱਥੋਂ ਦੀ, ਉਹ ਇੱਥੇ ਆ ਕੇ ਵੀ ਚਪਕਾਤੀ, ਉੱਥੇ ਵਾਪਸ ਲੈ ਲਈ। ਇਹਦਾ ਮਤਲਬ ਉਹੀ ਖਰਾਬੀ ਇਹਦੇ 'ਚ ਹੈ। ਹੁਣ ਤੁਸੀਂ ਦੇਖੋ, ਮੈਂ ਨਹੀਂ ਕਹਿਣਾ, ਮਤਲਬ ਜਿਹੜੇ ਇਹਨਾਂ ਦੇ ਅਫਸਰ ਹੈ ਉਹਨਾਂ ਦੇ ਰੇਡ ਹੋ ਗਈ, ਚਲੋ ਠੀਕ ਹੋਈ, ਗਲਤ ਹੋਈ, ਨਿਕਲਿਆ ਨਹੀਂ, ਵੱਖਰੀ ਗੱਲ, ਪਰ ਕੀ ਇਹਨਾਂ ਦਾ ਫਰਜ਼ ਨਹੀਂ ਬਣਦਾ ਕਿ ਇਹ ਆਪਣੇ ਅਫਸਰਾਂ ਦੇ ਹੱਕ 'ਚ ਖੜ੍ਹ? ਚਾਹੇ ਕਿਉਂ ਕੌਂਸਲ ਆਫ ਮਿਨਿਸਟਰ ਨੇ ਅਪਰੂਵ ਕੀਤੀ ਹੈ, ਚੀਫ ਮਿਨਿਸਟਰ ਨੇ ਅਪਰੂਵ ਕੀਤੀ ਹੈ, ਚਾਹੇ ਪਾਲਿਸੀ ਕਿੱਦਾਂ ਦੀ ਵੀ ਹੈ। ਲੋਕਾਂ ਨੂੰ ਜਵਾਬ ਦੇ ਅਫਸਰ ਨਹੀਂ ਹੈਗੇ, ਲੋਕਾਂ ਨੂੰ ਜਵਾਬ ਦੇ MLA ਔਰ ਮਿਨਿਸਟਰ ਤੇ ਚੀਫ ਮਿਨਿਸਟਰ ਹੈ। ਹਾਂ, ਨਹੀਂ ਇਹਨਾਂ ਨੇ ਕੀਤੀ ਹੈ, ਇਹਨਾਂ ਦੀ ਅਪਰੂਵਲ ਹੋਈ, ਇਕੱਲੇ ਸਾਈਨ ਨਹੀਂ ਹੋਏ। ਮਤਲਬ ਇਹ ਨਹੀਂ ਵੀ ਜਿਵੇਂ ਕੇਜਰੀਵਾਲ ਭੇਜੀ ਜਾਂਦਾ ਉੱਥੇ LG ਨੂੰ ਫਾਈਲਾਂ ਸੀਨ ਕਰਕੇ, ਉਹ ਕਹਿੰਦਾ ਉਹਨੇ ਮੋੜ ਤੇ ਸਾਰੀ ਵੀ 10 ਕਰਕੇ ਭੇਜ, ਯੂ ਸ਼ੁਡ ਓਨ ਦੈਮ। ਹਾਲਾਂਕਿ ਸੀਨ ਜਿਹੜਾ ਸੁਪਰੀਮ ਕੋਰਟ ਨੇ ਕਹਿਤਾ, ਸੀਨ ਇਜ਼ ਆਲਸੋ ਐਜ਼ ਗੁੱਡ ਐਜ਼ ਅਪਰੂਵਲ। ਇਹ ਤੁਸੀਂ ਕਹਿੰਦੇ ਮੈਂ ਤਾਂ ਕਹਿੰਦਾ ਦੇਖੇ ਤੇ ਫਿਰ ਜਾਂ ਹਾਂ ਕਰ ਜਾਂ ਨਾ ਕਰ, ਤੈਨੂੰ ਮਤਲਬ ਹੱਕ ਹੈ ਸੀਨ ਕਰਨ ਵੇਲੇ ਵੀ ਤੂੰ ਨਾ ਕਰ ਸਕਦਾ, ਜੇ ਤੂੰ ਨਹੀਂ ਕੀਤੀ ਨਾ ਤੇ ਮਤਲਬ ਹਾਂ।
ਸੋ ਇਸ ਕਰਕੇ ਇਹਨਾਂ ਨੂੰ ਮਤਲਬ ਆਪਣੀ ਬਿਊਰੋਕ੍ਰੇਸੀ ਦੇ ਨਾਲ ਖੜਨਾ ਚਾਹੀਦਾ ਹੈ, ਕਿਉਂਕਿ ਦੇਖੋ 5 ਸਾਲਾਂ ਵਾਸਤੇ ਚੁਣੇ ਗਏ ਨੇ। ਲੋਕਾਂ ਨੇ ਵੀ 5 ਸਾਲ ਹੁਣ ਚੰਗੇ ਮਾੜੇ ਇਹਨਾਂ ਨਾਲ ਗੁਜ਼ਾਰਨੇ। ਪਰ ਮੈਂ ਇਹ ਕਹਿਣਾ ਪਰਸਨਲੀ, ਹਾਲਾਂਕਿ ਚਾਹੇ ਮੈਂ ਕਿਸੇ ਵੀ ਪਾਰਟੀ 'ਚ ਹੈ, ਕਿ ਇਹਨਾਂ ਨੂੰ ਲੋਕਾਂ ਦੇ ਗ੍ਰੀਵੈਂਸਿਸ ਨੂੰ ਐਡਰੈਸ ਕਰਨਾ ਚਾਹੀਦਾ, ਲੋਕਾਂ 'ਚ ਵਿਚਰਨਾ ਚਾਹੀਦਾ, ਲੋਕਾਂ ਦੇ ਮੁੱਦੇ ਚੁੱਕਣੇ ਚਾਹੀਦੇ ਆ, ਚਾਹੇ ਵਿਧਾਨ ਸਭਾ ਦੇ ਬਾਹਰ, ਚਾਹੇ ਵਿਧਾਨ ਸਭਾ ਦੇ ਅੰਦਰ। ਔਰ ਜੋ ਅਸੀਂ ਕਹਿੰਦੇ ਸੀ ਵੀ ਉਹਨੇ ਕਿਹਾ ਸੀ ਕਿ ਵੀ 54,000 ਕਰੋੜ ਤਾਂ ਮੇਰੀ ਜੇਬ 'ਚ ਹੈ। ਮੈਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਨੂੰ IIT ਕਿਹਨੇ ਪਾਸ ਕਰਾਈ, ਔਰ IRS ਜਿਹੜਾ ਇਨਕਮ ਟੈਕਸ ਦਾ ਆਫਿਸਰ, ਵੈਸੇ ਕਹਿੰਦੇ IIT ਕਦੇ ਲੱਗੇ ਨਹੀਂ, ਮੈਨੂੰ ਪਤਾ ਲੱਗੇ। ਪਰ ਉਹ ਕਿਹਨੇ ਮਤਲਬ ਉਹਨੂੰ ਇਹ ਫਿਰ ਕਿੱਧਰ ਗਏ ਪੈਸੇ? ਫਿਰ ਪਹਿਲਾਂ ਹੀ ਵਾਰੀ ਉਹਨੂੰ ਭੇਜਿਆ, ਮਤਲਬ ਇਟਸ ਵੈਰੀ ਅਨਫੋਰਚੂਨੇਟ। ਉਹ ਸਾਡੇ ਵਰਗਾ ਸਰ ਭਗਵੰਤ ਸਿੰਘ, ਜਿਹੋ ਜਿਹੇ ਅਸੀਂ ਹੈ, ਜਿਹੋ ਜਿਹੇ ਪੰਜਾਬੀ ਹੁੰਦੇ ਨੇ, ਉਹ ਪਹਿਲੀ ਵਾਰੀ ਗਿਆ ਪ੍ਰਾਈਮ ਮਿਨਿਸਟਰ ਮਿਲਣ ਤੇ ਕਟੋਰਾ ਫੜਾਤਾ ਕਿ ਜੀ ਸਾਨੂੰ 50,000 ਕਰੋੜ ਰੁਪਏ 2 ਸਾਲਾਂ ਦੇ ਦਿਓ। ਵੀ ਜੇ ਤੁਹਾਡੇ ਕੋਲ ਪਹਿਲੇ 54,000 ਕਰੋੜ ਆ ਤੇ ਤੁਸੀਂ ਸਾਲ 6 ਮਹੀਨੇ ਦਾ ਟਿਕੋ। ਇੱਕ ਕਟਸੀ ਮੀਟਿੰਗ ਹੈ ਤੁਹਾਡੀ, ਉਹਦੇ ਤਾਂ ਇੱਕ ਐਕਸਚੇਂਜ ਆਫ ਪਲੇਜ਼ੈਂਟਰੀਜ਼ ਹੁੰਦਾ ਹੈ। ਤੁਸੀਂ ਜਾਂ ਤਾਂ ਏਜੰਡਾ ਲੈ ਕੇ ਜਾਓ, ਫਿਰ ਤਾਂ ਉਹ ਦੇਖੂਗਾ ਭਾਈ ਮੈਂ ਏਜੰਡਾ ਐਗਜ਼ਾਮਨ ਵੀ ਕਰਾ ਲੂਗਾ। ਪਹਿਲਾਂ ਤੁਸੀਂ ਗਏ ਜਾ ਕੇ ਉਹਦੇ ਕਿਹੜੇ ਜੇਬ 'ਚ ਪਏ ਨੇ, ਇੰਨੀ ਅਖਤਿਆਰ ਤਾਂ ਉਹਨੂੰ ਵੀ ਨਹੀਂ, ਜੀ ਇੱਦਾਂ ਚੱਕ ਕੇ ਦੇ ਦੇ। ਸੋ ਮਤਲਬ ਇਹਨਾਂ ਨੂੰ ਜੇ ਇਹ ਕੰਮ ਨਹੀਂ ਕਰਨਾ ਆਉਂਦਾ, ਨਾ ਉੱਥੇ ਕਰਨਾ ਆਉਂਦਾ ਹੈ, ਨਾ ਇੱਥੇ ਆਉਂਦਾ ਹੈ, ਝੂਠ ਤੇ ਝੂਠ ਬੋਲੇ ਉਹਨਾਂ ਕਿਸੇ ਬੰਦੇ ਇਲੈਕਸ਼ਨ ਨਹੀਂ ਲੜਨੀ। ਬੜੀ ਅਹਿਮ ਚੀਜ਼ ਤੁਸੀਂ, ਕਿਉਂਕਿ NRI ਅਫੇਅਰਸ ਵੀ ਦੇਖਦੇ ਰਹੇ ਹੋ, ਜੇ ਮੈਂ ਗਲਤ ਨਹੀਂ ਹੈਗਾ ਤਾਂ ਮੈਨੂੰ ਲੱਗਦਾ ਕਿ ਇੱਕ ਬੜਾ ਵੱਡਾ ਰੋਲ ਹੁੰਦਾ NRI ਵੀਰਾਂ ਦਾ ਕਿ ਸੂਬੇ ਦੇ ਵਿੱਚ, ਕਿਉਂਕਿ ਜਿੱਥੋਂ ਗਏ ਹੁੰਦੇ ਨੇ ਉਹਨਾਂ ਦੀਆਂ ਰੂਟਸ ਇੱਥੇ ਜੁੜੀਆਂ ਹੁੰਦੀਆਂ ਨੇ, ਤਾਂ ਅਕਸਰ ਉਹ ਚਾਹੁੰਦੇ ਨੇ ਕਿ ਇਨਵੈਸਟ ਕੀਤਾ ਜਾਵੇ ਪੰਜਾਬ ਦੀ ਬਿਹਤਰੀ ਦੇ ਲਈ। ਲੱਗਦਾ ਕਿ ਉਸ ਤਰੀਕੇ ਦੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ ਪਿਛਲੇ ਕੁਝ ਸਮੇਂ ਤੋਂ। ਪਿਛਲੀਆਂ ਕੁਝ ਸਰਕਾਰਾਂ ਦਾ ਵੀ ਜ਼ਿਕਰ ਕਰ ਲਈਏ ਕਿ ਇੱਕ ਡਰ ਦਾ ਮਾਹੌਲ ਹੈਗਾ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਗੈਂਗਸਟਰਾਂ ਦਾ ਬਹੁਤ ਰੌਲਾ ਹੈਗਾ, ਸਿਸਟਮ ਉਸ ਤਰੀਕੇ ਨਾਲ ਨਹੀਂ ਚੱਲ ਰਿਹਾ ਪਿਛਲੇ ਕੁਝ ਸਮੇਂ ਤੋਂ। ਤਾਂ ਲੱਗਦਾ ਕਿ NRI ਭਰਾਵਾਂ ਨੂੰ ਦੁਬਾਰਾ ਇੱਥੇ ਇਨਵੈਸਟ ਕਰਨ ਦੇ ਲਈ ਕੋਈ ਚੰਗੀ ਪਾਲਿਸੀ ਜਾਂ ਕੋਈ ਚੰਗਾ ਰਾਹ ਲੱਭਣਾ ਚਾਹੀਦਾ, ਤਾਂ ਜੋ ਘੱਟੋ ਘੱਟ ਉਹ ਇਨਵੈਸਟ ਕਰਨ ਤੇ ਪੰਜਾਬ ਖੁਸ਼ਹਾਲੀ ਵੱਲ ਵਧੇ। ਦੇਖੋ ਮੈਂ ਇਹ ਗੱਲ, ਜੇ ਇੰਨਾ ਵਧੀਆ ਹੁੰਦਾ ਤੇ ਸ਼ਾਇਦ ਉਹ NRI ਬਣਦੇ ਹੀ ਨਾ। ਜੇ ਇਹ ਸਿਸਟਮ ਇੱਥੇ ਹੁੰਦਾ ਤਾਂ ਉਹ ਗੱਲ ਹੋਰ ਹੋਣੀ ਸੀ। ਚਲੋ ਉਹਨਾਂ ਨੇ ਮਤਲਬ ਆਪਣੀ ਬੈਟਰਮੈਂਟ ਵਾਸਤੇ ਗਏ, ਠੀਕ ਹੈ, ਵੈਰੀ ਗੁੱਡ। ਅਤੇ ਉੱਥੇ ਉਹਨਾਂ ਨੇ ਕੀਤਾ ਵੀ ਬਹੁਤ ਕੁਛ ਹੈ, ਔਰ ਉਹ ਸਾਡੇ ਅੰਬੈਸਡਰ ਨੇ, ਕਿਉਂਕਿ ਦੇ ਰਿਪਰੈਜ਼ੈਂਟ ਦੀ ਪੰਜਾਬੀਜ਼ ਜਿਹੜਾ ਵੀ ਇੱਥੇ ਹੈਗਾ। ਪਰ ਦੇਖੋ ਜਿਹੜਾ ਬੰਦਾ ਬਾਹਰ ਬੈਠਾ ਹੈ, ਜਿਹਨੇ ਆਪਦੇ ਪੈਸੇ ਬਹੁਤ ਮਿਹਨਤ ਨਾਲ ਕਮਾਏ ਹੈ, ਉਹਦੇ ਵਾਸਤੇ ਦੀ ਇੰਟਾਇਰ ਗਲੋਬ ਇਜ਼ ਦਾ ਮਾਰਕੀਟ। ਪੰਜਾਬ ਇਜ਼ ਨਾਟ ਦੀ ਮਾਰਕੀਟ, ਓਨਲੀ ਮਾਰਕੀਟ। ਹਾਂ, ਪੰਜਾਬ ਦੇ ਨਾਲ ਰੂਟਸ ਨੇ, ਉਹਦੇ ਹੋਰ ਹੈ ਵਾਟਐਵਰ। ਪਰ ਜੇ ਉਹਨੇ ਬਹੁਤ ਵੱਡੀ ਇਨਵੈਸਟਮੈਂਟ ਕਰਨੀ ਹੈ, ਫਿਰ ਉਹ ਦੇਖੇ ਕਿ ਮੈਨੂੰ ਸਭ ਤੋਂ ਬੈਸਟ, ਤੇ ਪਹਿਲਾਂ ਤਾਂ ਦੇਖੋ ਵੀ ਕੰਟਰੀ ਕਿਹੜਾ ਵਧੀਆ, ਫਿਰ ਉਹ ਇੰਡੀਆ 'ਚ ਆ ਕੇ ਸਟੇਟ ਦੇਖੂਗਾ ਕਿਹੜੀ ਹੈ। ਹੁਣ ਸਾਡੇ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਪਹਿਲਾਂ ਕਿਸੇ ਵੇਲੇ ਫਰੇਟ ਸਬਸਿਡੀ ਹੁੰਦੀ ਸੀ, ਅਤੇ ਜਿੰਨਾ ਬੰਦਰਗਾਹ ਤੋਂ ਮਾਲ ਲੈਂਦਾ ਸੀ ਉਸ ਰੇਲਵੇ ਫ੍ਰੀ ਸੀ, ਮਤਲਬ ਸਬਸਿਡਾਈਜ਼ ਸੀਗਾ। ਜਦੋਂ ਦੀ ਬੰਦ ਹੋਈ ਸਾਡੀ, ਜਿਵੇਂ ਗੋਬਿੰਦਗੜ੍ਹ ਵਰਗੀ ਉਹ ਜਿਹੜੀ ਸਟੀਲ ਮਾਰਕੀਟ ਸੀਗੀ, ਉਹ ਸਾਰੀ ਬੰਦ ਹੋ ਗਈ। ਹੁਣ ਮਤਲਬ ਅਸੀਂ ਸਾਡੀਆਂ ਲਿਮੀਟੇਸ਼ਨ ਨੇ, ਇੱਕ ਮਰਲਾ ਵੀ ਸਾਡੇ ਕੋਲ ਖਾਲੀ ਜਗ੍ਹਾ ਨਹੀਂ ਹੈਗੀ ਜਿਹੜੀ ਅਸੀਂ ਕਿਸੇ ਨੂੰ ਘੱਟ ਬੋਲਦੇ ਜਾਂ ਦੇ ਦਈਏ। ਇੱਕ ਮਰਲਾ ਮਤਲਬ ਸਾਰੀ ਐਗਰੀਕਲਚਰ ਲੈਂਡ ਹੈ, ਵੇਸਟ ਲੈਂਡ ਕੋਈ ਹੈ ਨਹੀਂ। ਫਿਰ ਸਾਡੇ ਕੋਲ ਲੈਂਡ ਵੈਸੇ ਨਹੀਂ ਹੈਗੀ, ਲੋਕ ਵੀ ਨਹੀਂ ਦੇਣਾ ਚਾਹੁੰਦੇ, ਜਾਂ ਅਨਲੈਸ ਕਿ ਤੁਸੀਂ ਬਹੁਤ ਚੰਗਾ ਮੁਆਵਜ਼ਾ ਉਹਨਾਂ ਨੂੰ ਦਿਓ। ਉਹਦਾ ਫਿਰ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਇੱਕ ਮਾਹੌਲ ਬਣਾਓ। ਹਾਲਾਂਕਿ ਸਕੀਮ ਸੀਗੀ ਮੇਰੇ ਵੇਲੇ, ਮੈਂ ਪ੍ਰਿੰਸੀਪਲ ਸੈਕਟਰੀ NRI ਅਫੇਅਰ ਸੀਗਾ, ਅਸੀਂ 2 ਸੰਮੇਲਨ ਕਰਾਏ ਸੀ, ਜਿਹਦੇ ਵਿੱਚ ਅਸੀਂ ਵਰਲਡ ਵਾਈਡ ਜਿੰਨੇ ਮਿਨਿਸਟਰ, ਐਕਸ ਮਿਨਿਸਟਰ, MPs, MLAs, ਕੌਂਸਲ ਸਾਰੇ ਜਗ੍ਹਾ 'ਤੇ ਬਣਾਏ ਸੀ। ਔਰ ਰੇਡੀਓ, ਇਲੈਕਟ੍ਰੋਨਿਕਸ ਮੀਡੀਆ, ਪ੍ਰਿੰਟ ਮੀਡੀਆ, ਸਾਰਾ ਅਸੀਂ ਉਹ ਬੁਲਾਇਆ ਸੀ। ਹੁਣ 2 ਸਾਲ ਅਸੀਂ ਉਹ ਸੰਮੇਲਨ ਕਰਾਏ ਸੀ। ਮੈਂ ਉਹਨਾਂ ਨੂੰ ਕਲੀਅਰ ਕਰਤਾ ਸੀ ਵੀ ਵੀ ਆਰ ਨਾਟ ਫਾਰ ਦੀ ਇਨਵੈਸਟਮੈਂਟ, ਵੀ ਅਸੀਂ ਇਸ ਕਰਕੇ ਨਹੀਂ ਕਰਕੇ ਅਸੀਂ ਤੁਹਾਡੀ ਇਨਵੈਸਟਮੈਂਟ ਲੈਣੀ, ਉਹ ਤੁਸੀਂ ਜਿੱਥੇ ਮਰਜ਼ੀ ਕਰੋ, ਜੀ ਕਰਦਾ ਇੱਥੇ। ਹਾਲਾਂਕਿ ਅਸੀਂ ਸਕੀਮ ਵੀ ਬਣਾਈ ਸੀ, ਮੈਚਿੰਗ ਗ੍ਰਾਂਟ ਦੀ ਵੀ ਸੀਗੀ, ਅਜੇ ਵੀ ਚੱਲ ਰਹੀ ਹੈ, ਪਰ ਉਹਦਾ ਕੋਈ ਖਾਸ ਰਿਸਪੌਂਸ ਨਹੀਂ ਮਿਲਦਾ। ਜਿੰਨਾ ਥੋੜ੍ਹਾ ਬਹੁਤ ਹੁੰਦਾ ਵੀ ਪਿੱਛੇ ਕੁਛ ਕਰਨਾ। ਹੁਣ ਜਿਹੜੀਆਂ ਨਵੀਆਂ ਪੀੜ੍ਹੀਆਂ ਆ ਗਈਆਂ, ਉਹ ਤਾਂ ਕਹਿੰਦੇ ਸਾਡਾ ਤਾਂ ਦੇਸ਼ ਹੀ ਉਹ ਹੈ ਜਿੱਥੇ ਅਸੀਂ ਜੰਮੇ ਹਾਂ, ਉਹ ਤਾਂ ਕਹਿੰਦੇ ਤੁਹਾਡਾ ਹੋਊਗਾ। ਉਹ ਹੁਣ ਵਿਚਾਰੇ ਜਿਹੜੇ ਸਾਡੇ ਵਰਗੇ ਉਹ ਮੰਨਦੇ ਆ, ਉਹ ਇੰਟਰਸਟ ਲੈਂਦੇ ਆ, ਪਰ ਅਗਲੀ ਪੀੜ੍ਹੀ ਜਿਹੜੀ ਹੈਗੀ ਆ ਉਹ ਨਹੀਂ ਲੈ ਰਹੀ। ਕਿਉਂ ਲੈਣਗੇ? ਵੀ ਉਦੋਂ ਚਲੋ ਇੱਕ ਹੋਰ ਲੈ ਲੂਗੀ, ਉਦੋਂ ਅਗਲੀ ਬੰਦ ਕਰ ਦਊਗੀ। ਸੋ ਸਾਨੂੰ ਸਾਨੂੰ ਇੱਕ ਇਹੋ ਜਿਹਾ ਇਨਵਾਇਰਨਮੈਂਟ ਕ੍ਰੀਏਟ ਕਰਨਾ ਚਾਹੀਦਾ ਜਿਹਦੇ ਵਿੱਚ ਅਸੀਂ ਸਾਡੇ ਇਕੱਲੇ NRI ਭਰਾ ਜ਼ਰੂਰ ਆਉਣ, ਮੋਸਟ ਵੈਲਕਮ, ਪਰ ਸਾਡੇ ਕੋਲ ਜਿਹੜੀ ਇਨਵੈਸਟਮੈਂਟ ਹੈਗੀ ਹੈ, ਜਿਵੇਂ ਗਲੋਬਲ ਇਨਵੈਸਟਮੈਂਟ ਹੈਗੀ, ਉਹ ਸਾਡੇ ਕੋਲ ਆਵੇ। ਉਹਦੇ ਵਾਸਤੇ ਸਾਡੀਆਂ ਬੜੀਆਂ ਕਮੀਆਂ, ਜਿਵੇਂ ਮੈਂ ਪਹਿਲਾਂ ਕਿਹਾ, ਲੈਂਡ ਹੈ ਨਹੀਂ, ਫਿਰ ਸਾਡੇ ਕੋਲ ਲੇਬਰ ਹੈ ਨਹੀਂ। ਜਿਹੜੀ ਸਾਡੀ ਲੇਬਰ ਹੈ ਉਹ ਪਰਟੀਕੁਲਰ ਰੇਟ ਤੋਂ ਥੱਲੇ ਘੱਟ ਕੰਮ ਨਹੀਂ ਕਰਦੀ। ਹੁਣ ਆਪਾਂ ਤੁਸੀਂ ਦੇਖੋ ਜਿੰਨੀਆਂ ਫੈਕਟਰੀਆਂ, ਉਹਦੇ ਵਿੱਚ ਸਾਰੇ UPIs, ਬਿਹਾਰੀ, ਇੱਦਾਂ ਦੇ ਜ਼ਿਆਦਾ ਤੁਹਾਨੂੰ ਲੇਬਰ ਲੋਕਲ ਲੇਬਰ ਨਹੀਂ ਮਿਲਦੀ, ਕਿਉਂਕਿ ਉਹਨਾਂ ਵਾਸਤੇ ਪੰਜਾਬ ਹੈਗਾ ਕੈਨੇਡਾ, ਕਿਉਂਕਿ ਉਹ ਇੱਥੋਂ ਦਾ ਕਿਰਾਇਆ ਦੇ ਸਕਦੇ, ਅਸੀਂ ਕੈਨੇਡਾ ਦਾ ਦੇ ਸਕਦੇ ਹਾਂ। ਸਾਡਾ ਜਿਹੜਾ
ਅਸੀਂ ਕੈਨੇਡਾ ਚਲੇ ਜਾਣਾ ਜਾਂ ਆਸਟ੍ਰੇਲੀਆ। ਮਤਲਬ ਇਹ ਚੀਜ਼ਾਂ ਹੈਗੀਆਂ, ਸਾਨੂੰ ਇਹੋ ਜਿਹੀਆਂ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਨੇ ਜਿਹਦੇ ਦੇਖੋ ਜਿੰਨੀ ਤੁਸੀਂ IT ਲਿਆਓਗੇ, ਜਿੰਨੀ ਤੁਸੀਂ ਟਰਾਂਸਪੇਰੈਂਸੀ ਲਿਆਓਗੇ, ਜਿੰਨਾ ਤੁਸੀਂ ਹਿਊਮਨ ਐਲੀਮੈਂਟ ਵਿੱਚੋਂ ਕੱਢ ਦੋਗੇ, ਜ਼ੀਰੋ ਕਰ ਦੋਗੇ, ਕਿਉਂਕਿ ਰਿਸ਼ਵਤ ਉਹ ਬੰਦਾ ਲਊਗਾ ਜਦੋਂ ਬੰਦੇ ਨੂੰ ਬੰਦਾ ਮਿਲੇਗਾ। ਜੇ ਤੁਹਾਡੇ ਹੁਣ ਆਪਾਂ ਬਾਹਰ ਕਹਿੰਦੇ ਹਾਂ, ਲੋਕ ਕਹਿੰਦੇ ਕਿਉਂ ਖੁਸ਼ਹਾਲ ਜਾਂ ਖੁਸ਼ੀ ਨਹੀਂ, ਕਿਉਂਕਿ ਉਹਨਾਂ ਨੂੰ ਕਿਸੇ ਕੰਮ ਵਾਸਤੇ ਕਿਸੇ ਬੰਦੇ ਕੋਲ ਨਹੀਂ ਜਾਣਾ ਪੈਂਦਾ, ਉਹ ਸਾਰੇ ਕੰਮ ਆਨਲਾਈਨ ਹੋਈ ਜਾਂਦੇ ਆ, ਆਪਣੇ ਆਪ ਹੋਈ ਜਾਂਦੇ। ਸਾਡੇ ਅਸੀਂ ਕਹਿੰਦੇ ਆ, ਉਹ ਜਿਵੇਂ ਪੁਰਾਣੀ ਕਹਾਵਤ ਹੈ, ਉਹ ਕਹਿੰਦਾ ਬਾਬਾ ਐਂ ਕਰਦੇ ਆ, ਉਹ ਕਹਿੰਦਾ ਬੱਸ ਤੇ, ਕਹਿੰਦਾ ਬੱਸ ਕਾਹਤੇ, ਕਹਿੰਦਾ ਟਾਇਰਾਂ ਤੇ, ਤੇ ਕਹਿੰਦਾ ਫਿਰ ਫਾਈਲ ਨੂੰ ਵੀ ਟਾਇਰ ਲਾ। ਮਤਲਬ ਜੇ ਤੁਸੀਂ ਇਹ, ਮੈਂ ਇਹ ਚਾਹੁੰਦਾ ਕਿ ਇੰਨਾ ਕਿ ਹੁਣ ਜਿਵੇਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਸੀਗਾ, ਗਵਰਨਮੈਂਟ ਆਫ ਇੰਡੀਆ ਨੇ ਫੈਸਲਾ ਕਰਤਾ ਕਿ ਜੀ ਅਸੀਂ ਕਿਸਾਨਾਂ ਦੇ ਵੀ ਪੈਸੇ ਸਿੱਧੇ ਪਾਵਾਂਗੇ, ਕਿਸਾਨ ਵੀ ਉਹਦੇ 'ਚ ਬਖਲਾੜ ਚਾੜਤੀ ਬਲਾ। ਉਹ ਭਾਈ ਜਦੋਂ ਉਹਨਾਂ ਨੇ ਖੈਰ ਸਟੈਂਡ ਲਿਆ ਗਵਰਨਮੈਂਟ ਆਫ ਇੰਡੀਆ ਨੇ, ਤੇ ਕਿਸਾਨ ਜਿਹੜਾ, ਜੇ ਤੁਸੀਂ ਆੜ੍ਹਤੇ ਤੁਹਾਡੇ ਤੇ, ਤੁਸੀਂ ਆੜ੍ਹਤੀ 'ਤੇ ਵਿਸ਼ਵਾਸ ਕਰ ਸਕਦੇ ਆ, ਤੇ ਆੜ੍ਹਤੀ ਕਿਉਂ ਨਹੀਂ ਕਰਦਾ ਵੀ? ਤੇ ਫਸਲ ਤੁਹਾਡੀ, ਮਾਲਕ ਤੁਸੀਂ, ਤੁਹਾਡੇ ਖਾਤੇ 'ਚ ਹੈ, ਤੁਸੀਂ ਉਸ ਆੜ੍ਹਤੀ ਤੋਂ ਲਓ, ਦੂਜੇ ਤੋਂ ਲਓ, ਤੀਜੇ ਤੋਂ ਲਓ। ਨਹੀਂ, ਆੜ੍ਹਤੀ ਤਾਂ ਪੈਸੇ ਦਿੰਦਾ ਹੀ ਨਹੀਂ, ਉਹ ਤਾਂ ਕਹਿੰਦਾ ਵੀ ਤੂੰ ਦੱਸ ਕੀ ਲੈਣਾ, ਤੇਲ ਲੈਣਾ ਹੈ ਕਿ ਦਵਾਈਆਂ ਲੈਣੀਆਂ ਕਿ ਕੱਪੜਾ ਲੈਣਾ ਹੈ ਕਿ ਰਾਸ਼ਨ ਲੈਣਾ। ਮਤਲਬ ਉਹੋ ਜਿਹੀਆਂ ਚੀਜ਼ਾਂ ਚੱਲਦੀਆਂ ਨੇ। ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ, ਮੈਂ ਵੈਸੇ ਕਹਿ ਰਿਹਾ ਕਿ ਤੁਸੀਂ ਇੱਦਾਂ ਦਾ ਇਨਵਾਇਰਨਮੈਂਟ, ਹੁਣ ਮਤਲਬ ਪਹਿਲਾਂ ਕਿਸੇ ਵੇਲੇ ਰਾਜੀਵ ਗਾਂਧੀ ਨੇ ਕਿਹਾ ਸੀ ਮੈਂ 1 ਰੁਪਈਆ ਪਾਉਂਦਾ 85 ਪੈਸੇ ਰਸਤੇ 'ਤੇ ਰਹਿੰਦੇ ਨੇ, 15 ਪਹੁੰਚਦੇ ਨੇ। ਹੁਣ ਕੀ ਹੈ, ਵਿਦ ਵਨ ਕਲਿੱਕ ਆਫ ਬਟਨ ਹਰ ਬੰਦੇ ਦੇ ਖਾਤੇ 'ਚ, ਚਾਹੇ ਕਿਸਾਨ ਸਨਮਾਨ ਨਿਧੀ ਹੈ, ਚਾਹੇ ਸਾਡੀਆਂ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ, ਜਾਂ ਕੁਝ ਵੀ ਹੈਗਾ। ਮਤਲਬ ਜਿੰਨੀ ਦੇਰ ਅਸੀਂ IT ਬਹੁਤ ਸਾਡੇ ਪ੍ਰੋਸਪਰਸ ਕੀਤੀ ਹੈ, ਮਤਲਬ ਨਰਿੰਦਰ ਮੋਦੀ ਜੀ ਦੀ ਅਗਵਾਈ ਥੱਲੇ, ਔਰ ਹੋ ਵੀ ਰਹੀ ਹੈ, ਔਰ ਅਸੀਂ ਮਤਲਬ ਜਿੰਨੀ ਸਾਡੀ $1 ਟ੍ਰਿਲੀਅਨ ਜਿਹੜੇ ਰੁਪੀਜ਼ ਦੀ ਜਿਹੜੀ ਟ੍ਰਾਂਜੈਕਸ਼ਨਸ ਹੈਗੀਆਂ ਨੇ, ਜਿੰਨੀਆਂ ਸਾਡੀਆਂ ਐਪਸ ਨੇ, ਸਾਰਾ ਕੁਛ ਉੱਦਾਂ ਆਨਲਾਈਨ ਹੋ ਰਿਹਾ, ਤੇ ਉਹ ਸੁਵਿਧਾ ਲੋਕਾਂ ਨੂੰ। ਹੁਣ ਤੁਸੀਂ ਪੈਸੇ ਟ੍ਰਾਂਸਫਰ, ਨਾ ਤੁਹਾਨੂੰ ਬੈਂਕ ਜਾਣ ਦੀ ਲੋੜ, ਨਾ ਆਉਣ ਦੀ ਲੋੜ, ਨਾ ਚੈੱਕ ਕੱਟਣ ਦੀ ਲੋੜ, ਘਰੇ ਬੈਠੋ ਸਾਰਾ ਕੁਝ ਆਨਲਾਈਨ ਹੋ ਗਿਆ। ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚੋਂ ਜਿਹੜੇ ਉਹ ਆਪਾਂ ਕਹਿੰਦੇ ਹੁੰਦੇ ਕਿ ਗਵਲੇ ਇੰਟਰਮੀਡੀਏਟ ਬੰਦੇ ਹੁੰਦੇ ਨੇ ਜਿਹੜੇ ਕੱਟ ਲਾਉਂਦੇ ਨੇ, ਉਹ ਨਿਕਲ ਜਾਂਦੇ ਨੇ। ਸਰ ਇੱਕ ਬੜੀ ਅਹਿਮ ਚੀਜ਼, ਤੁਸੀਂ ਕਿਉਂਕਿ ਵੱਖ-ਵੱਖ ਸਰਕਾਰਾਂ ਦੇ ਵਿੱਚ ਵੀ ਕੰਮ ਕੀਤਾ ਹੈਗਾ, ਅਕਾਲੀ ਸਰਕਾਰ ਵੀ ਰਹੀ, ਕਾਂਗਰਸ ਦੀ ਸਰਕਾਰ ਵੀ ਰਹੀ, ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ, ਇਹਨੂੰ ਤੁਸੀਂ ਹੋਰ ਤਰੀਕੇ ਨਾਲ ਦੇਖ ਰਹੇ ਹੋ। ਜਦੋਂ ਅਸੀਂ ਕਾਂਗਰਸ ਦੀ ਗੱਲ ਕਰ ਲਈ ਜਾਂ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰ ਲਈਏ, ਤੁਹਾਨੂੰ ਲੱਗਦਾ ਕਿ ਕੁਝ ਕਮੀਆਂ ਰਹੀਆਂ ਜਿਹੜੀਆਂ ਤੁਸੀਂ ਤੁਹਾਡੇ ਜ਼ਿਹਨ ਦੇ ਵਿੱਚ ਹੁਣ ਉਸ ਵੇਲੇ ਕੰਮ ਕਰਦੇ, ਕਿਉਂਕਿ ਉਦੋਂ ਤੁਸੀਂ ਅਫਸਰ ਸੀਗੇ, ਤੁਸੀਂ ਉਹ ਵਾਲੀਆਂ ਚੀਜ਼ਾਂ ਨਹੀਂ ਦੱਸ ਸਕਦੇ ਸੀਗੇ, ਪਰ ਹੁਣ ਤੁਹਾਡੇ ਜ਼ਿਹਨ ਦੇ ਵਿੱਚ ਹੈਗੀਆਂ ਵੀ ਆਹ ਚੀਜ਼ਾਂ ਰਹੀਆਂ, ਜੇ ਦਰੁਸਤ ਕਰ ਲਈਆਂ ਜਾਂਦੀਆਂ ਤਾਂ ਪੰਜਾਬ ਕੁਝ ਹੋਰ ਵਧੀਆ ਖੁਸ਼ਹਾਲ ਸੂਬਾ ਹੁੰਦਾ? ਦੇਖੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਇਸੇ ਕਰਕੇ ਹੀ ਲੋਕਾਂ ਨੇ ਪਹਿਲਾਂ 10 ਸਾਲਾਂ ਬਾਅਦ ਅਕਾਲੀਆਂ ਨੂੰ ਰਿਜੈਕਟ ਕੀਤਾ, ਉਸ ਇਸੇ ਗੱਲ ਕਰਕੇ ਫਿਰ 5 ਸਾਲਾਂ ਬਾਅਦ ਕਾਂਗਰਸ ਨੂੰ ਵੀ ਰਿਜੈਕਟ ਕੀਤਾ। ਜੇ ਮਤਲਬ ਦੇਖੋ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਉਹਨਾਂ ਦਾ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਉਹ ਇੰਪੋਸੀਬਲ ਨੇ, ਜਾਂ ਉਹਨਾਂ ਦਾ ਕੋਈ ਸੁਧਾਰ ਨਹੀਂ ਹੋ ਸਕਦਾ, ਜਾਂ ਉਹ ਦੇਖਿਆ ਨਹੀਂ ਜਾ ਸਕਦੀ। ਆਪਾਂ ਕਹਿੰਦੇ ਨਾ, ਜੇ ਤੁਸੀਂ ਕਿਸੇ ਦਾ ਦੁੱਖ ਸੁਣ ਵੀ ਲਓ ਤਾਂ ਉਹਦਾ ਦੁੱਖ ਅੱਧਾ ਹੋ ਜਾਂਦਾ, ਤੁਸੀਂ ਕੋਈ ਹੱਲ ਨਾ ਵੀ ਕਰੋ ਉਹਨੂੰ। ਮਤਲਬ ਇੱਕ ਪੇਸ਼ੈਂਟ ਹੀਅਰਿੰਗ ਹੋਵੇ ਤੇ ਸੋਲੇਸ ਮਿਲ ਜੇ ਕਿ ਵੀ ਮੈਨੂੰ ਇਹ ਬੰਦੇ ਨੇ ਸੁਣ ਲਿਆ ਮੇਰੀ ਗੱਲ, ਮਤਲਬ ਉਹ ਬੰਦੇ ਨਾਲ ਆਪਾਂ ਹੁਣ ਦਰਦ ਘਟ ਜਾਂਦਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਕੋਈ ਸਾਡੇ ਪੰਜਾਬ ਦੇ ਵਿੱਚ ਲੋਕਾਂ ਦੀਆਂ ਐਡੀਆਂ ਭਾਰੀ ਸਮੱਸਿਆਵਾਂ ਨਹੀਂ ਹੈਗੀਆਂ। ਸਿਰਫ ਕੀ ਹੈਗਾ ਕਿ ਅਸੀਂ ਰਾਜਨੀਤੀ ਕਰਦੇ। ਹੁਣ ਚਾਹੇ ਬੇਅਦਬੀ ਦਾ ਮਸਲਾ ਹੈ, ਬੇਅਦਬੀ ਕਿਉਂ ਨਹੀਂ ਹੱਲ ਹੋਈ ਵੀ? ਮੇਰਾ ਤਾਂ ਖੈਰ ਪਿੰਡ ਬਰਗਾੜੀ ਹੈ, ਨਾਲ 2 ਬਾਈਬਲ ਕਲਾਂ 'ਚ ਪੁਲਿਸ ਮੁਲਾਜ਼ਮਾਂ ਨੇ ਗੋਲੀ ਚਲਾ ਕੇ 2 ਬੰਦੇ ਮਾਰਤੇ, ਤੁਸੀਂ ਕਿਉਂ ਨਹੀਂ ਆਇਡੈਂਟੀਫਾਈ ਕਰ ਸਕੇ? ਵੀ ਆਇਡੈਂਟੀਫਾਈ ਕਰੋ, ਪਰਚਾ ਕਰੋ, ਗੱਲ ਖਤਮ ਹੋ ਗਈ। ਤੁਸੀਂ ਉਲਟੀਆਂ ਗੱਲਾਂ 'ਚ ਚੱਲ ਪਏ, ਮਤਲਬ ਫਿਰ ਤੁਹਾਡੇ ਤੋਂ ਗੱਲ ਨਿਕਲ ਗਈ, ਤੁਹਾਡੇ ਕੋਲ ਹੱਥ ਕਾਲ ਆਈ ਨਹੀਂ। ਹੁਣ ਫਿਰ ਉਹੀ, ਫਿਰ ਕਾਂਗਰਸ ਵੇਲੇ ਜੀ ਬੇਅਦਬੀ, ਕਰਜ਼ੇ ਮਾਫੀ, ਮਤਲਬ ਜਿਹੜੀ ਚੀਜ਼ ਤੁਸੀਂ ਘਰ ਘਰ ਰੁਜ਼ਗਾਰ, ਜਿਹੜੀ ਤੁਸੀਂ ਕਰ ਹੀ ਨਹੀਂ ਸਕਦੇ। ਤੁਸੀਂ ਦੇਖੋ ਜਦੋਂ ਮੈਨੀਫੈਸਟੋ ਆਪਾਂ ਬਣਾਉਂਦੇ, ਹੁਣ ਇਹਨਾਂ ਗਰੰਟੀਆਂ ਦਿੱਤੀਆਂ ਆਪ ਵਾਲਿਆਂ ਨੇ, गारंटी पे गारंटी, गारंटी पे गारंटी, मेरी बहन आएगी, माँ उसको सूट देगी, 1000 रुपया दे देंगे तो क्या फ़र्क पड़ता है। तो ਹੁਣ 6 ਮਹੀਨੇ ਦਾ ਹੋ ਗਏ, 6 ਸੂਟ ਵਿਚਾਰੀ ਦੇ ਕਿੱਥੇ ਗਏ? ਉਹ ਮਾਂ ਦਾ ਨਾ, ਮਾਂ ਨੂੰ ਪਤਾ ਨਾ ਉਹਦੀ ਧੀ ਨੂੰ ਪਤਾ। ਮਤਲਬ ਆਪਾਂ ਦੇਖੋ ਇਹੋ ਜਿਹੀਆਂ ਗੱਲਾਂ ਨਾ ਕਰੋ, ਸਮਝ ਵਾਲੀਆਂ ਗੱਲਾਂ ਕਰੋ, ਔਰ ਉਹ ਗੱਲਾਂ ਕਰੋ ਜਿਹੜੀਆਂ ਲੋਕਾਂ ਨੂੰ ਚਾਹੀਦੀਆਂ ਨੇ। ਆਖਰੀ ਸਵਾਲ ਤੁਹਾਡੇ ਤੋਂ, ਕਿਉਂਕਿ ਤੁਸੀਂ ਇਸ ਤੰਤਰ ਦੇ ਵਿੱਚ ਰਹੇ ਤਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੁੰਦੇ। ਅਕਸਰ ਇਹ ਵੀ ਸਵਾਲ ਰਹਿੰਦਾ ਕਿ ਜਿਹੜੀ IAS ਲੌਬੀ ਹੈ ਉਹਨਾਂ ਦਾ ਲੋਕਾਂ ਦੇ ਨਾਲ ਬਹੁਤਾ ਕਨੈਕਸ਼ਨ ਨਹੀਂ ਹੁੰਦਾ, ਕਿਉਂਕਿ ਵਿੱਚ ਪੋਲੀਟੀਸ਼ੀਅਨਸ ਆ ਜਾਂਦੇ ਨੇ, ਉਹਨਾਂ ਨੇ ਆਪਣੇ ਹਿਸਾਬ ਨਾਲ ਵਿਚਰਨਾ ਹੁੰਦਾ। ਤੁਹਾਡੇ ਹਿਸਾਬ ਨਾਲ ਕਿਹੜੀਆਂ ਪਹਿਲ ਤੇ ਆਧਾਰਿਤ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਤੁਹਾਡੇ ਜ਼ਿਹਨ ਦੇ ਵਿੱਚ ਹੋਣ ਕਿ ਆਹ ਵਾਲੀਆਂ ਚੀਜ਼ਾਂ ਮੌਜੂਦਾ ਸਰਕਾਰ ਵੀ ਕਰ ਲੈ, ਚਲੋ ਸਲਾਹ ਦੇ ਦਿਓ ਅੱਜ ਕਿ ਆਹ ਵਾਲੀਆਂ ਚੀਜ਼ਾਂ ਕਰ ਲੈਣ ਤਾਂ ਸ਼ਾਇਦ ਕੋਈ ਚੰਗੇ ਨਤੀਜੇ ਜਿਹੜੇ ਨੇ ਪੰਜਾਬ ਲਈ ਖਾਸ ਕਰਕੇ ਨਿਕਲ ਸਕਦੇ ਨੇ? ਦੇਖੋ ਇਸ ਵੇਲੇ ਜਿਹੜੇ ਹਰ ਵੇਲੇ ਦੇ ਮੁੱਦੇ ਕਦੇ ਮੁੱਕਦੇ ਨਹੀਂ। ਕੋਈ ਮੁੱਦਾ ਉੱਪਰ ਚਲਾ ਜਾਂਦਾ, ਕੋਈ ਥੱਲੇ, ਜਿਵੇਂ ਅਖਬਾਰ ਹੈ ਅੱਜ ਹੈਡਲਾਈਨ ਹੈ, ਫਿਰ 2nd ਪੇਜ 3rd ਪੇਜ, ਫਿਰ ਇੱਦਾਂ ਚਲਾ ਜਾਂਦਾ। ਹੁਣ ਅੱਜ ਦੇ ਜਿਹੜੇ ਮੁੱਦੇ ਨੇ ਤੁਸੀਂ ਦੇਖੋ, ਮਤਲਬ ਬੜਾ ਤਰਸ ਆਉਂਦਾ ਹੈ ਕਿ ਸਾਡੇ ਜਿਹੜੇ ਜਵਾਨ ਹੈ ਉਹ ਓਵਰਡੋਜ਼ ਨਾਲ, ਨਸ਼ਿਆਂ ਦੇ
ਅੱਛਾ ਈਵਨ ਇੱਕ ਉਹ ਕੁੜੀ ਦੀ ਵੀਡੀਓ ਚੱਲ ਰਹੀ ਸੀ, ਉਹਦੇ ਅਜੇ ਉਹਨੇ ਚੂੜਾ ਵੀ ਨਹੀਂ ਉਤਾਰਿਆ ਸੀ। ਤੇ ਸਾਨੂੰ ਪਤਾ ਸਾਡੀ ਸਮੱਸਿਆ ਕੀ ਹੈਗੀ ਹੈ। ਤੁਸੀਂ ਨਸ਼ਿਆਂ ਤੇ ਜਿਹੜੀ ਗੱਲ ਹੈ ਉਹਦੇ ਤੇ ਕਾਬੂ ਪਾਓ। ਫਿਰ ਡੀ ਐਡਿਕਸ਼ਨ, ਹੁਣ ਤੁਸੀਂ ਮੰਨ ਲਓ ਕੋਈ ਗੱਲ, ਤੁਸੀਂ ਜਿਹੜੀਆਂ ਨਸ਼ਿਆਂ ਨੂੰ ਐਡਵਰਸਲੀ ਇਫੈਕਟਡ ਫੈਮਿਲੀਜ਼ ਨੇ ਉਹਨਾਂ ਨਾਲ ਗੱਲ ਕਰੋ, ਉਹਨਾਂ ਦੀਆਂ ਸਮੱਸਿਆਵਾਂ ਦੇਖੋ। ਕਈ ਬੰਦਿਆਂ ਦੇ ਪਰਿਵਾਰਾਂ ਦੇ ਪਰਿਵਾਰ ਉਜੜ ਗਏ। ਫਿਰ ਤੁਹਾਡੀ ਜਿਹੜੀ ਹੈਗੀ ਹੈ, ਤੁਸੀਂ ਵਾਅਦੇ ਕੀਤੇ ਆ ਲੋਕਾਂ ਨੂੰ ਵੀ ਅਸੀਂ ਰੁਜ਼ਗਾਰ ਦੇਵਾਂਗੇ, ਲੋਕ ਤਾਂ ਡੇਲੀ ਤੁਸੀਂ ਕੁੱਟੀ ਜਾਂਦੇ ਬੰਦਿਆਂ ਨੂੰ। ਫਿਰ ਤੁਹਾਡੇ ਕੋਲੋਂ ਕੋਈ ਪਾਲਿਸੀ ਨਹੀਂ ਬਣ ਰਹੀ ਜਿਹੜੀ ਤੁਸੀਂ ਕਿਸੇ ਨੂੰ ਸੈਟੀਸਫਾਈ ਕਰ ਸਕੋ। ਪਤਾ ਕੀ ਹੈ, ਅਸੀਂ ਕੋਈ ਜਿਹੜੀ ਗੱਲ ਸੋਚਦੇ ਹਾਂ ਨਾ, ਡਰੀਮ ਕਰਦੇ ਹਾਂ, ਉਹਦਾ ਇਸ਼ਤਿਹਾਰ ਅਗਲੇ ਦਿਨ ਲੱਗ ਜਾਂਦਾ। ਡਰੀਮਾਂ ਦੇ ਇਸ਼ਤਿਹਾਰ ਨਾ ਲਾਓ, ਤੁਸੀਂ ਕੰਮ ਕਰੋ। ਤੁਹਾਡਾ ਕੰਮ ਬੋਲੇ, ਜਿਵੇਂ ਕਹਿ ਵੀ ਰਹੇ ਨੇ ਕਿ ਸਾਡਾ ਕੰਮ ਬੋਲਦਾ ਵੀ ਜਦੋਂ ਕੰਮ ਕਰ ਦੋਗੇ ਫਿਰ ਕੰਮ ਨੂੰ ਬੋਲਣ ਦੀ ਲੋੜ ਨਹੀਂ ਪੈਣੀ। ਹਰ ਬੰਦੇ ਨੂੰ ਇਹ ਪਤਾ ਕਿ ਦੇਖੋ ਐਡਾ ਸੋਸ਼ਲ ਮੀਡੀਆ ਹੋ ਗਿਆ, ਐਡੀ ਸਾਡੀ ਮਤਲਬ ਨਿਊਜ਼ ਦੀ 1 ਸੈਕਿੰਡ ਚਲੀ ਜਾਂਦੀ ਹੈ। ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਇਹ ਵੇਸਟੇਜ ਕਰਨ ਦੀ ਲੋੜ ਹੀ ਨਹੀਂ। ਔਰ ਤੁਸੀਂ ਮਤਲਬ 5 ਮਹੀਨਿਆਂ ਦੇ ਵਿੱਚ ਫੁੱਲ ਪੇਜ ਐਡਵਰਟਾਈਜ਼ਮੈਂਟ ਲਾ ਰਹੇ ਹੈ, ਇਸ ਨੀਚੇ ਛੋਟਾ ਇਸ਼ਤਿਹਾਰ ਲਿਖਿਆ ਪੇਡ। ਉਹਦਾ ਯਾਰ ਇਲੈਕਸ਼ਨਾਂ ਵੇਲੇ ਤਾਂ ਬੰਦਾ ਮੰਨ ਲੈਂਦਾ। ਤੇ ਹੁਣ ਤੁਸੀਂ ਫਿਰ ਐਂ ਕਿਵੇਂ ਚੱਲੂਗਾ ਕੰਮ? ਤੇ ਤੁਸੀਂ ਇਹ ਗੱਲ ਕਰੋ ਜਦੋਂ ਤੁਹਾਨੂੰ ਇਹ ਪਤਾ ਵੀ ਸਾਡੇ ਕੋਲ 2.63 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਹਰ ਇੱਕ ਬੱਚਾ ਜੰਮਦਾ ਉਹਦੇ ਸਿਰ ਤੇ ਵੀ ਲੱਖ ਰੁਪਏ ਦਾ ਕਰਜ਼ਾ ਹੈ ਜਿਹੜਾ ਨਵਾਂ ਪੈਦਾ ਹੁੰਦਾ। ਤੇ ਤੁਸੀਂ ਉਹਦਾ ਦੱਸੋ, ਇਹ ਨਹੀਂ ਦੱਸਿਆ ਅੱਜ ਤੱਕ ਵੀ ਅਸੀਂ ਪੈਸੇ ਸਾਡੇ ਖਜ਼ਾਨੇ 'ਚ ਇੰਨੇ ਅਸੀਂ ਫਾਲਤੂ ਪਾ ਦਿੱਤੇ। ਤੇ ਜਿਹੜੇ ਆਣੇ ਸੀ, ਜਿਹੜੇ ਕਹਿੰਦੇ ਸੀ ਇੰਨਾ ਮਾਫੀ 'ਚੋਂ ਆ ਜਾਏਗਾ, ਮਾਫੀ ਸਾਰੀ ਸਟੇਟ 'ਚ ਸਟੇ ਕਰਤਾ ਹਾਈ ਕੋਰਟ ਨੇ। ਔਰ ਪਹਿਲਾਂ ਉਹਨਾਂ ਨੇ ਇਲੀਗਲ ਮਾਈਨਿੰਗ ਹੋਈ ਜਾਂਦੀ ਹੈ, ਮਤਲਬ ਐਕਸਾਈਜ਼ ਪਾਲਿਸੀ ਲੈ ਲਓ। ਮਤਲਬ ਤੁਸੀਂ ਪੈਸਾ ਕਿਤੋਂ, ਹੁਣ ਹੋਰ ਤੁਸੀਂ ਦੇਖੋ ਇਹਨਾਂ ਨੇ ਕਲੈਕਟਰੇਟ ਇੱਕਦਮ ਵਧਾ ਦੇ, ਲੋਕਾਂ ਨੇ ਰਜਿਸਟਰੀਆਂ ਬੰਦ ਕਰਤੀਆਂ, NOC ਦਾ ਰੌਲਾ ਪਿਆ। ਮਤਲਬ ਇਹਨਾਂ ਨੂੰ ਮੈਂ ਇਹ ਚਾਹੁੰਦਾ ਹੈ ਕਿ ਆਨਰੇਬਲ ਚੀਫ ਮਿਨਿਸਟਰ ਪੰਜਾਬ 'ਚ ਬੈਠਣ, ਪੰਜਾਬ ਦੇ ਪਹਿਲਾਂ ਮਸਲੇ ਸੰਭਾਲ ਲੈਣ। ਦੇਖੋ ਇਹ ਦੇ ਆਰ ਟਰਾਈਂਗ ਟੂ ਸੈਲ ਦੇਅਰ ਮਾਡਲ, ਪੰਜਾਬ ਮਾਡਲ ਇਨ ਅਦਰ ਸਟੇਟਸ, ਚਾਹੇ ਹਿਮਾਚਲ ਹੈ ਚਾਹੇ ਗੁਜਰਾਤ। ਪਰ ਜੇ ਉਹ ਮਾਡਲ ਪੰਜਾਬ 'ਚ ਹੀ ਫੇਲ ਹੋ ਗਿਆ ਤੇ ਫਿਰ ਤਾਂ ਕਿਤੇ ਵਿਕਣਾ ਹੀ ਨਹੀਂ। ਤੇ ਦਿੱਲੀ 'ਚ ਵੀ ਫੇਲ ਹੋ ਚੁੱਕਿਆ। ਸੋ ਤੁਸੀਂ ਇੱਕ ਤਰ੍ਹਾਂ ਪਹਿਲਾਂ ਥੋੜੀ ਤਸੱਲੀ ਰੱਖ ਲਓ, ਕੋਈ ਗੱਲ ਨਹੀਂ, ਕਿਤੇ ਭੱਜ ਨਹੀਂ ਚੱਲੇ। ਇੱਕ ਇਲੈਕਸ਼ਨ ਲੰਘ ਵੀ ਜਾਊ, ਦੂਜੀ ਕਰ ਲਓ, ਤੀਜੀ ਕਰ ਲਓ। ਤੇ ਇੰਨੀ 27-28 ਸਟੇਟਾਂ ਹੈਗੀਆਂ ਨੇ। ਤਾਂ ਮਤਲਬ ਤੁਸੀਂ ਇੱਕ ਮਾਡਲ ਤਾਂ ਬਣਾ ਲਓ। ਮਾਡਲ ਬਣਾਉਣ ਵਾਸਤੇ ਮੈਂ ਇੱਕ ਇਮਾਨਦਾਰੀ ਨਾਲ ਕਹਿ ਰਿਹਾ ਕਿ ਤੁਸੀਂ ਉਹਨੂੰ ਉੱਦਾਂ ਲਾਗੂ ਕਰੋ ਜਿੱਦਾਂ ਤੁਸੀਂ ਪ੍ਰੋਜੈਕਟ ਕੀਤਾ, ਤਾਂ ਕਿ ਲੋਕਾਂ 'ਚ ਲੱਗੇ ਵੀ ਭਾਈ। ਤੇ ਜੇ ਚੱਲ ਜੇ ਤੇ ਇਹਦੇ ਨਾਲ ਇਹ ਫਿਰ ਤਾਂ ਇਹਨਾਂ ਦੀ ਬੱਲੇ ਬੱਲੇ ਹੋ ਜਾਣੀ। ਪਰ ਇਹਨਾਂ ਕੋਲੇ ਪ੍ਰੋਬਲਮ ਉਹੀ ਹੈ ਵੀ ਇਨਐਕਸਪੀਰੀਅੰਸ ਨੇ, ਇਮੈਚਿਓਰ ਨੇ। ਤੁਸੀਂ ਕਿਸੇ ਮਿਨਿਸਟਰ ਦੀ ਗੱਲ ਕਰ ਲਓ, ਸਰਾਰੀ ਦੀ ਗੱਲ ਕਰ ਲਓ, ਹੈਲਥ ਮਿਨਿਸਟਰ ਦੀ ਗੱਲ ਕਰ ਲਓ, ਮਤਲਬ ਯਾਰ ਇੰਨੀ ਤਾਂ ਕਹਿਣਾ ਨਹੀਂ ਮੈਨੂੰ ਚਾਹੀਦਾ। ਇਦੋਂ ਜ਼ਿਆਦਾ ਅਕਲ ਤਾਂ ਪੰਚ ਸਰਪੰਚ ਨੂੰ ਹੀ ਹੁੰਦੀ ਹੈ ਕਿ ਹੁਣ ਮੈਂ ਸੰਵਿਧਾਨਕ ਡਿਊਟੀ 'ਤੇ ਹੈਗਾ, ਮੈਨੂੰ ਕਿੱਦਾਂ ਬਿਹੇਵ ਕਰਨਾ ਚਾਹੀਦਾ, ਲੋਕਾਂ 'ਚ ਕਿਵੇਂ ਵਿਚਰਨਾ ਚਾਹੀਦਾ। ਮੈਨੂੰ ਲੋਕ ਦੇਖਦੇ ਨੇ, ਰੋਲ ਮਾਡਲ ਹੈ। ਤੁਸੀਂ ਜਾ ਕੇ ਵਾਈਸ ਚਾਂਸਲਰ ਦਾ ਉਹਦਾ ਕੰਮ ਵੀ ਨਹੀਂ ਹੈਗਾ, ਉਹਨੇ ਥੋੜ੍ਹਾ ਉੱਥੇ ਗੱਦੇ ਲੈਣੇ ਜਾਂ ਹੋਰ, ਉਹਦਾ ਮੈਡੀਕਲ ਸੁਪਰਡੈਂਟ ਜਾਂ ਵਾਰਡ ਇੰਚਾਰਜ ਹੈ। ਤੂੰ ਐਡਾ ਵੱਡਾ ਬੰਦਾ ਜੇ ਤੁਸੀਂ ਉਹਨੂੰ ਜਾ ਕੇ ਲਿਟਾ ਦਿੰਦੇ। ਫਿਰ ਥਾਂ ਤੇ ਤੁਸੀਂ ਫਿਰ ਜਿਹੜੇ ਤੁਹਾਡੇ ਦੂਸਰੇ ਹੈਗੇ ਨੇ, ਕੱਲ੍ਹ ਪਰਸੋਂ ਹੋਰ ਆ ਰਿਹਾ ਸੀ ਕਿ ਜੀ ਮੰਤਰੀ ਜੀ ਨੇ ਆਉਣਾ, ਲਿਫਟਾਂ ਬੰਦ ਕਰਤੀਆਂ। ਉਹ ਜਿਹੜੇ ਮਰੀਜ਼ ਆ ਵਿਚਾਰੇ। ਸੋ ਮਤਲਬ ਬਹੁਤ ਚੀਜ਼ਾਂ ਨੇ। ਇਹ ਤਾਂ ਕਹਿੰਦੇ ਅਸੀਂ ਹੈ ਹੀ ਆਮ ਆਦਮੀ। ਫਿਰ ਆਮ ਆਦਮੀ ਵਾਲਾ ਸਾਰਾ ਕੁਛ, ਇਹ ਤਾਂ ਹੁਣ ਕੁਛ ਵੀ ਨਹੀਂ ਆਮ ਆਦਮੀ ਵਾਲਾ ਹੋ ਰਿਹਾ। ਇੱਕ ਵੀ ਚੀਜ਼ ਨਹੀਂ ਆਮ ਆਦਮੀ, ਸਭ ਕੁਛ ਮਤਲਬ ਜੋ ਸੀਗਾ ਜੈਸੇ ਕਾ ਤੈਸਾ ਚੱਲ ਰਿਹਾ। ਔਰ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤ ਹੀ ਜਿਹੜੀ ਮਟੀਰੀਅਲ ਚੇਂਜ ਇਨ ਦੀ ਲਿਵਿੰਗ ਸਟੈਂਡਰਡ ਜਾਂ ਕੁਛ ਐਲੀਵੇਸ਼ਨ ਆਫ ਪਾਵਰਟੀ ਜਾਂ ਕੋਈ ਐਲੀਵੇਸ਼ਨ ਆਫ ਮਤਲਬ ਕਿਸੇ ਚੀਜ਼ ਦੀ ਕੋਈ ਗੱਲ ਅਜੇ ਨਹੀਂ ਲੱਗਦੀ। ਕੱਲ੍ਹ ਨੂੰ ਹੋ ਜਾਏ ਤਾਂ ਰੱਬ ਜਾਣਦਾ। ਪਰ ਇਹਨਾਂ ਨੂੰ ਚਾਹੀਦਾ ਕਿ ਇੱਥੇ ਬੈਠ ਕੇ ਮਤਲਬ ਜੇ ਚਲੋ ਮੰਨ ਲਓ ਜੇ ਤੁਹਾਡੇ ਕੋਲ ਤਜਰਬਾ ਨਹੀਂ ਹੈ, ਇਹ ਵੀ ਹੁੰਦਾ ਕਿ ਮਿਨਿਸਟਰ ਨੂੰ ਹਰ ਚੀਜ਼ ਦਾ ਨਹੀਂ ਪਤਾ। ਤੁਸੀਂ ਤੁਹਾਡੀ ਟੀਮ ਤੁਹਾਡੇ ਕੋਲ ਹੈ, ਸਲਾਹ ਲੈ ਲਓ। IAS ਅਫਸਰ ਤੁਹਾਡੇ ਕੋਲ ਹੈ, IPS ਤੁਹਾਡੇ ਕੋਲ ਹੈ, ਡਾਕਟਰ ਤੁਹਾਡੇ ਕੋਲ ਹੈ। ਹਰੇਕ ਮਹਿਕਮੇ ਦੇ ਵਿੱਚ ਐਕਸਪਰਟ ਬੈਠੇ, ਐਗਰੀਕਲਚਰ ਕੋਈ ਵੀ ਮਹਿਕਮਾ ਲਓ। ਤੁਸੀਂ ਉਹਨਾਂ ਨੂੰ ਕਾਨਫੀਡੈਂਸ ਲਓ, ਗੱਲ ਕਰੋ, ਪਾਲਿਸੀਆਂ ਬਣਾਓ ਔਰ ਉਹਨਾਂ ਨੂੰ ਕੰਮ 'ਤੇ ਲਾਓ। ਲੋਕ ਤੁਹਾਡੀ ਬੱਲੇ ਬੱਲੇ ਕਰਨਗੇ। ਕੋਈ ਏਡੀ ਔਖੀ ਗੱਲ ਨਹੀਂ ਹੈਗੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ। ਬੜਾ ਸੋ ਇਹ ਸਨ SS ਚੰਨੀ ਜੀ, ਸਾਬਕਾ IAS ਆਫਿਸਰ ਨੇ। ਕਿਉਂਕਿ ਸਿਸਟਮ ਦੇ ਵਿੱਚ ਜਿਹੜਾ ਵਿਅਕਤੀ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਖਾਮੀਆਂ ਕਿੱਥੇ ਨੇ, ਕਮੀਆਂ ਕਿੱਥੇ ਨੇ। ਤੇ ਬੜੀ ਇੱਕ ਅਹਿਮ ਸਲਾਹ ਦਿੱਤੀ ਕਿ ਪਹਿਲਾਂ ਇੱਕ ਸਿਸਟਮ ਚਲਾ ਲਵੇ ਸਰਕਾਰ। ਸਲਾਹ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਇੱਕ ਰੋਲ, ਕਿਉਂਕਿ ਸਿੱਧੇ ਤੌਰ ਤੇ ਕਹਿੰਦੇ ਕਿ ਮਾਡਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ। ਜੇ ਉਹ ਮਾਡਲ ਇੱਥੇ ਹੀ ਫੇਲ ਹੋ ਗਿਆ ਤਾਂ ਉਸ ਦੇ ਨਤੀਜੇ ਜਿਹੜੇ ਨੇ ਬਾਕੀ ਸਟੇਟਾਂ ਦੇ ਵਿੱਚ ਵੀ
ਅਮੂਮਨ ਉਹਨਾਂ ਨੂੰ ਭੁਗਤਣੇ ਪੈ ਸਕਦੇ ਨੇ। ਫਿਲਹਾਲ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਦਾਅਵੇ ਕਰ ਰਹੀ ਹੈ, ਕਿਉਂਕਿ ਪੰਜਾਬ ਦੇ ਭਲੇ ਦੀ ਗੱਲ ਕਰਨੀ ਹੋਵੇ ਤਾਂ ਪੰਜਾਬ ਦੀ ਚਿੰਤਾ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ। ਐਨਆਰਆਈ ਭਰਾਵਾਂ ਨੇ ਲਗਾਤਾਰ ਚਿੰਤਾ ਕੀਤੀ ਹੋਈ ਹੈ, ਵੱਖ-ਵੱਖ ਮਸਲੇ ਪੰਜਾਬ ਦੇ ਵਿੱਚ ਇਸ ਵੇਲੇ ਜਿਉਂਦੇ ਤਿਉਂ ਨੇ, ਤਾਂ ਲੱਗਦਾ ਹੈ ਕਿ ਉਸ ਸਿਸਟਮ ਨੂੰ ਪਹਿਲਾਂ ਇੱਕ ਵਾਰ ਸੁਧਾਰਨਾ ਪਵੇਗਾ ਤੇ ਫਿਰ ਉਸ ਨੂੰ ਪ੍ਰੋਜੈਕਟ ਕੀਤਾ ਜਾਵੇ ਕਿ ਹਾਂ ਸਾਡੇ ਕੋਲ ਇੱਕ ਮਾਡਲ ਹੈਗਾ ਤੇ ਇਸ ਮਾਡਲ ਦੇ ਆਧਾਰ ਤੇ ਅਸੀਂ ਵੱਡੇ ਕੰਮ ਕਰ ਸਕਦੇ ਹਾਂ ਤੇ ਬਾਕੀ ਸਟੇਟਾਂ ਦੇ ਵਿੱਚ ਵੀ ਜਾ ਕੇ ਕੰਮ ਕਰਵਾ ਸਕਦੇ। ਫਿਲਹਾਲ ਬਹੁਤ ਸਾਰੀਆਂ ਚੀਜ਼ਾਂ ਨੇ, ਮੈਨੂੰ ਲੱਗਦਾ ਕਿ ਅੱਜ ਇਸ ਇੰਟਰਵਿਊ ਦੇ ਜ਼ਰੀਏ ਬਹੁਤ ਚੀਜ਼ਾਂ ਤੁਹਾਨੂੰ ਵੀ ਸਪਸ਼ਟ ਹੋਈਆਂ ਹੋਣੀਆਂ ਕਿ ਕਮੀ ਕਿੱਥੇ ਹੈਗੀ। ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਤੁਹਾਡੇ ਜ਼ਿਹਨ ਦੇ ਵਿੱਚ ਕੀ ਟਿੱਪਣੀਆਂ ਨੇ, ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਫਿਲਹਾਲ ਇੱਥੇ ਤੁਹਾਡੇ ਤੋਂ ਅੱਗੇ ਲੈਣੀ ਹੈ ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, ਟੀਵੀ ਪੰਜਾਬ, ਚੰਡੀਗੜ੍ਹ।